खबर ते नजर हा ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਹਰਜਿੰਦਰ ਵਾਲੀਆ ਸ਼ੋਅ ਵਿੱਚ ਤੁਹਾਡਾ ਸਵਾਗਤ। ਲੋਕ ਸਭਾ ਦੇ ਵਿੱਚ ਕੱਲ ਸੁਣਨ ਨੂੰ ਮਿਲਿਆ ਰਾਹੁਲ ਗਾਂਧੀ ਦੇ ਮੂੰਹੋਂ ਆਪ ਨੇ ਭਾਰਤ ਮਾਤਾ ਕੀ ਹੱਤਿਆ ਕਰ ਦੀ ਹੈ। ਰਾਵਣ ਦੋ ਬੰਦਿਆਂ ਦੀ ਗੱਲ ਸੁਣਦਾ ਸੀ, ਇੱਕ ਮੇਘਨਾਥ ਦੀ ਤੇ ਦੂਜੇ ਕੁੰਭਕਰਨ ਦੀ। ਮੋਦੀ ਜੀ ਵੀ ਦੋ ਬੰਦਿਆਂ ਦੀ ਗੱਲ ਸੁਣਦੇ ਨੇ, ਇੱਕ ਅਡਾਨੀ ਦੀ ਤੇ ਦੂਜੀ ਅਮਿਤ ਸ਼ਾਹ ਦੀ। ਆਪ ਦੇਸ਼ ਧਰੋਹੀ ਹੋ, ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਕਦੇ ਸੁਣੀਆਂ ਨੇ? ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਿੱਧਾ ਰਾਵਣ ਕਹਿਣਾ, ਇਹ ਜਾਂ ਨਾਂ ਲਿਆ ਅਮਿਤ ਸ਼ਾਹ ਦਾ ਔਰ ਦੂਜਾ ਲਿਆ ਅਡਾਨੀ ਦਾ। ਇਹ ਆਪ ਦੱਸਣਗੇ ਕਿ ਮੇਘਨਾਥ ਕੌਣ ਹੈ ਤੇ ਕੁੰਭਕਰਨ ਕੌਣ ਹੈ। ਲੇਕਿਨ ਕੱਲ ਲੋਕ ਸਭਾ ਦੇ ਵਿੱਚ ਬੇਭਰੋਸਗੀ ਦੇ ਮੁੱਦੇ ਤੇ ਮਤੇ ਤੇ ਬੋਲਦੇ ਹੋਏ ਰਾਹੁਲ ਗਾਂਧੀ ਨੇ ਬਹੁਤ ਤਿੱਖੇ ਹਮਲੇ ਕੀਤੇ ਜਦੋਂ ਉਹਨਾਂ ਨੇ ਮਣੀਪੁਰ ਦੇ ਮੁੱਦੇ ਨੂੰ ਛੇੜਿਆ। ਵੈਸੇ ਮੈਂ ਦੇਖ ਰਿਹਾ ਸੀ, ਮੈਂ ਸੁਣ ਰਿਹਾ ਸੀ ਭਾਸ਼ਣ ਰਾਹੁਲ ਗਾਂਧੀ ਦਾ। ਰਣਨੀਤੀ ਭਾਰਤੀ ਜਨਤਾ ਪਾਰਟੀ ਦੀ ਜਾਂ ਸੱਤਾਧਾਰੀ ਧਿਰ ਦੀ ਇਹ ਲੱਗਦੀ ਸੀ ਕਿ ਰਾਹੁਲ ਗਾਂਧੀ ਨੂੰ ਬੋਲਣ ਨਾ ਦਿੱਤਾ ਜਾਵੇ। ਸ਼ੁਰੂ ਦੇ ਵਿੱਚ ਹੀ ਜਦੋਂ ਰਾਹੁਲ ਗਾਂਧੀ ਇਹ ਕਹਿੰਦੇ ਸੁਣੇ ਗਏ ਕਿ ਤੁਸੀਂ ਡਰੋ ਨਾ, ਮੈਂ ਪਿਛਲੀ ਵਾਰ ਵਾਂਗ ਅਡਾਨੀ ਤੇ ਕੋਈ ਗੱਲ ਨਹੀਂ ਕਰਨੀ, ਅੱਜ ਮੇਰਾ ਭਾਸ਼ਣ ਬਿਲਕੁਲ ਵੱਖਰੀ ਕਿਸਮ ਦਾ ਹੋਵੇਗਾ, ਇਹ ਉਹਨਾਂ ਨੇ ਸ਼ੁਰੂ 'ਚ ਕਿਹਾ। ਫਿਰ ਉਹਨਾਂ ਨੇ ਆਪਣੇ ਭਾਸ਼ਣ ਨੂੰ ਜਦੋਂ ਸ਼ੁਰੂ ਕੀਤਾ ਤੇ ਆਪਣੀ ਭਾਰਤ ਜੋੜੋ ਯਾਤਰਾ ਦੇ ਨਾਲ ਸ਼ੁਰੂ ਕੀਤਾ ਕਿ ਮੈਂ ਸਾਰੇ ਦੇਸ਼ ਦੇ ਵਿੱਚ ਭਾਰਤ ਜੋੜੋ ਯਾਤਰਾ ਕੀਤੀ। ਔਰ ਫਿਰ ਉਹਨਾਂ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਦੇ ਦੌਰਾਨ ਜਿਹੜੇ ਲੋਕ ਮਿਲੇ, ਇੱਕ ਬੱਚੀ ਦੀ ਉਦਾਹਰਨ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਮੈਂ ਇਸ ਯਾਤਰਾ ਰਾਹੀਂ ਮਹਿਸੂਸ ਕੀਤਾ ਕਿ ਮੇਰਾ ਹੰਕਾਰ ਟੁੱਟ ਗਿਆ, ਮੇਰਾ ਘਮੰਡ ਬਿਲਕੁਲ ਖਤਮ ਹੋ ਗਿਆ। ਜਦੋਂ ਕਹਿੰਦਾ ਇਸ ਯਾਤਰਾ ਦੌਰਾਨ ਮੈਨੂੰ ਇਹ ਪਤਾ ਲੱਗਿਆ ਕਿ ਜੇ ਤੁਸੀਂ ਦੇਸ਼ ਦੀ ਆਵਾਜ਼ ਸੁਣਨੀ ਹੈ ਤਾਂ ਤੁਹਾਨੂੰ ਆਪਣਾ ਹੰਕਾਰ ਛੱਡਣਾ ਪਏਗਾ। ਮਤਲਬ ਕਿ ਬਾਰ-ਬਾਰ ਇਸ਼ਾਰੇ ਇਹ ਸੀ ਕਿ ਮੋਦੀ ਸਾਹਿਬ ਘਮੰਡੀ ਨੇ, ਹੰਕਾਰੀ ਨੇ, ਜਿਹੜੇ ਮਣੀਪੁਰ ਤੇ ਬਿਲਕੁਲ ਨਹੀਂ ਬੋਲ ਰਹੇ, ਬਿਲਕੁਲ ਲੋਕਾਂ ਦੀ ਗੱਲ ਨਹੀਂ ਸੁਣਦੇ। ਉਹ ਕਹਿੰਦੇ ਦੇਸ਼ ਦੀ ਆਵਾਜ਼ ਸੁਣਨੀ ਹੈ। ਸ਼ੁਰੂ 'ਚ ਹੀ ਰਾਹੁਲ ਗਾਂਧੀ ਨੇ ਕਹਿਤਾ ਸੀ ਅੱਜ ਮੈਂ ਦਿਲ ਤੋਂ ਬੋਲਾਂਗਾ ਤਾਂ ਕਿ ਗੱਲ ਦਿਲਾਂ ਤੱਕ ਪਹੁੰਚੇ। ਇਉਂ ਲੱਗਦਾ ਸੀ ਕਿ ਰਾਹੁਲ ਗਾਂਧੀ ਨਾ ਸਿਰਫ ਪੂਰੀ ਤਿਆਰੀ ਸੀ ਬਲਕਿ ਆਤਮ ਵਿਸ਼ਵਾਸ ਨਾਲ ਭਰਿਆ ਹੋਇਆ ਰਾਹੁਲ ਗਾਂਧੀ ਕੱਲ ਦੇਖਣ ਨੂੰ ਮਿਲ ਰਿਹਾ ਸੀ। ਇਸ ਦੇ ਬਾਵਜੂਦ ਕਿ ਸੱਤਾਧਾਰੀ ਧਿਰ ਹੂਟਿੰਗ ਕਰ ਰਹੇ ਸੀ ਔਰ ਬਾਰ-ਬਾਰ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ। ਫਿਰ ਉਹਨਾਂ ਨੇ ਕਿਹਾ ਕਿ ਮੈਂ ਕਹਿ ਤਾਂ ਮਣੀਪੁਰ ਰਿਹਾ, ਪਰ ਮਣੀਪੁਰ ਇੱਕ ਨਹੀਂ, ਹੁਣ ਮਣੀਪੁਰ ਤੋੜ ਦਿੱਤਾ ਇਹਨਾਂ ਨੇ, ਮੋਦੀ ਸਾਹਿਬ ਨੇ। ਇਹਨਾਂ ਦੀਆਂ ਨੀਤੀਆਂ ਨੇ ਮਣੀਪੁਰ ਨੂੰ ਤੋੜ ਦਿੱਤਾ, ਉਹਦੇ ਦੋ ਹਿੱਸੇ ਕਰਤੇ। ਤੇ ਫਿਰ ਉਹ ਕਹਿੰਦੇ ਇਹ ਗੱਲ ਵੀ ਮੈਂ ਤੁਹਾਨੂੰ ਦੱਸਦਾ। ਉੱਥੇ ਫਿਰ ਉਹਨਾਂ ਨੇ 2-3 ਉਦਾਹਰਨਾਂ ਦਿੱਤੀਆਂ ਜਿਹੜੀਆਂ ਔਰਤਾਂ ਉੱਥੇ ਮਿਲੀਆਂ ਸੀ। ਕਹਿੰਦੇ ਇੱਕ ਔਰਤ ਨੇ ਮੈਨੂੰ ਦੱਸਿਆ ਕਿ ਮੇਰੇ ਛੋਟੇ ਜਿਹੇ ਬੱਚੇ ਨੂੰ ਮੇਰੇ ਸਾਹਮਣੇ ਗੋਲੀ ਮਾਰੀ ਤੇ ਮੈਂ ਸਾਰੀ ਰਾਤ ਉਸ ਦੇ ਬੱਚੇ ਦੇ ਨਾਲ, ਜਿਹੜੇ ਮਰੇ ਹੋਏ ਬੱਚੇ ਨਾਲ ਪਈ ਰਹੀ। ਫਿਰ ਮੈਂ ਕਹਿੰਦੀ ਸਵੇਰੇ ਸਭ ਕੁਝ ਛੱਡ ਕੇ ਸਿਰਫ ਉਹਦੀ ਫੋਟੋ ਲੈ ਕੇ ਬਾਹਰ ਨਿਕਲੀ। ਮਤਲਬ ਬਹੁਤ ਭਾਵੁਕਤਾ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਰਾਹੁਲ ਗਾਂਧੀ। ਇਸੇ ਤਰ੍ਹਾਂ ਇੱਕ ਹੋਰ ਔਰਤ ਬਾਰੇ ਦੱਸਿਆ ਕਿ ਉਹ ਯਾਦ ਕਰਕੇ ਜਿਸ ਤਰ੍ਹਾਂ ਮਣੀਪੁਰ 'ਚ ਉਸ ਨਾਲ ਵਾਪਰਿਆ ਉਹ ਬੇਹੋਸ਼ ਹੋ ਗਈ। ਸੋ ਇਹ ਬਾਰ-ਬਾਰ ਇਹ ਗੱਲਾਂ ਕਰਦੇ ਕਰਦੇ ਰਾਹੁਲ ਗਾਂਧੀ ਆਪਣੀ 35 ਮਿੰਟ ਦੀ ਸਪੀਚ ਦੇ ਵਿੱਚ ਜਦੋਂ ਕਲਾਈਮੈਕਸ ਤੱਕ ਪਹੁੰਚਦੇ ਨੇ ਉਦੋਂ ਲੱਗਦਾ ਹੈ, ਉਸ ਤੋਂ ਪਹਿਲਾਂ ਨਹੀਂ ਲੱਗਦਾ ਕਿ ਰਾਹੁਲ ਗਾਂਧੀ ਅੱਜ ਕਰ ਕੀ ਰਹੇ ਨੇ। ਲੋਕ ਉਡੀਕ ਰਹੇ ਸੀ ਕਿ ਗੱਲ ਕੋਈ ਮਤਲਬ ਦੀ ਆਵੇ, ਕੋਈ ਲੀਡ ਬਣੇ, ਕੋਈ ਹੈਡਲਾਈਨ ਬਣੇ, ਤੇ ਫਿਰ ਹੈਡਲਾਈਨ ਬਣਾਤੀ ਉਹਨਾਂ ਨੇ।
ਤੇ ਕਹਿੰਦੇ ਇਹਨਾਂ ਨੇ ਹਿੰਦੁਸਤਾਨ ਦੀ ਹੱਤਿਆ ਕੀਤੀ ਹੈ। ਮੇਰੀ ਆ ਇੱਕ ਮਾਂ ਬੈਠੀ ਹੈ, ਮੇਰੀਆਂ ਦੋ ਮਾਵਾਂ ਨੇ, ਇੱਕ ਮਾਂ ਸੋਨੀਆ ਗਾਂਧੀ ਵੱਲ ਇਸ਼ਾਰਾ ਕਰਕੇ, ਦੂਜੀ ਭਾਰਤ ਮਾਤਾ, ਇਹ ਮੇਰੀ ਭਾਰਤ ਮਾਤਾ ਦਾ ਕਤਲ ਕਰ ਰਹੇ ਨੇ। ਇਹ ਉਹਨਾਂ ਨੇ ਬਾਰ-ਬਾਰ ਕਿਹਾ। ਜਦੋਂ ਉਹਨਾਂ ਨੇ ਇਹ ਕਿਹਾ ਤਾਂ ਸਪੀਕਰ ਸਾਹਿਬ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹ ਕਹਿੰਦੇ ਮੈਂ ਕੀ ਗਲਤ ਕਿਹਾ, ਮੈਂ ਤਾਂ ਮਣੀਪੁਰ ਦਾ ਨਾਮ ਲਿਆ ਹੈ ਜਾਂ ਭਾਰਤ ਮਾਤਾ ਦਾ ਜ਼ਿਕਰ ਕਰ ਰਿਹਾ ਹੈ। ਹਰ ਰੋਜ਼ ਤਾਂ ਉੱਥੇ ਕਤਲ ਹੁੰਦਾ ਹੈ। ਕੀ ਮਣੀਪੁਰ 'ਚ ਮਰਨ ਵਾਲੀਆਂ ਔਰਤਾਂ ਮੇਰੀਆਂ ਜਿਹੜੀਆਂ ਉਹ ਭਾਰਤ ਦਾ ਹਿੱਸਾ ਨਹੀਂ, ਹਿੰਦੁਸਤਾਨ ਦਾ ਹਿੱਸਾ ਨਹੀਂ? ਇਸ ਕਿਸਮ ਦੇ ਸਵਾਲ ਖੜੇ ਕੀਤੇ ਤੇ ਸਭ ਤੋਂ ਵੱਡਾ ਸਵਾਲ ਉਦੋਂ ਖੜਾ ਕੀਤਾ ਕਿ ਮੈਂ ਖੁਦ ਗਿਆ। ਰਾਹੁਲ ਗਾਂਧੀ ਕਹਿੰਦੇ ਮੈਂ ਗਿਆ, ਪਰ ਮੋਦੀ ਸਾਹਿਬ ਕਿਉਂ ਨਹੀਂ ਗਏ ਉੱਥੇ? ਇਹ ਵੀ ਸਵਾਲ ਖੜਾ ਕੀਤਾ ਤੇ ਫਿਰ ਉਹਨਾਂ ਨੇ ਜਿਹੜੀ ਗੱਲ ਮੈਂ ਸ਼ੁਰੂ 'ਚ ਕੀਤੀ ਸੀ, ਕਹਿੰਦੇ ਜਿਹੜੀ ਲੰਕਾ ਹੈ ਨਾ, ਉਹਨੂੰ ਹਨੂਮਾਨ ਨੇ ਨਹੀਂ ਸਾੜਿਆ ਸੀ, ਉਹਨੇ ਰਾਵਣ ਨੂੰ ਰਾਮ ਨੇ ਨਹੀਂ ਮਾਰਿਆ ਸੀ, ਰਾਵਣ ਦੇ ਹੰਕਾਰ ਨੇ ਮਾਰਿਆ ਸੀ। ਹੰਕਾਰ ਠੀਕ ਨਹੀਂ, ਇਹ ਦੇਸ਼ ਧਰੋਹੀ ਹੈ। ਇਸ ਕਿਸਮ ਦੀ ਗੱਲ ਜਿਹੜੀ ਹੈ ਉਹਨਾਂ ਨੇ ਕੀਤੀ ਔਰ ਬਹੁਤ ਤਿੱਖੇ ਹਮਲੇ ਤੇ ਵੱਡੇ ਸਵਾਲ ਮੋਦੀ ਸਾਹਿਬ ਲਈ। ਜਦੋਂ ਭਾਸ਼ਣ ਦੇਣ, ਜਵਾਬ ਦੇਣ ਆਉਂਦੇ ਨੇ, ਕੀ ਕਹਿਣਗੇ ਕਿ ਮੈਂ ਮਣੀਪੁਰ ਕਿਉਂ ਨਹੀਂ ਗਿਆ? ਕੀ ਕਹਿਣਗੇ ਕਿ ਮਣੀਪੁਰ ਦੇ ਵਿੱਚ ਜਿਹੜੀ ਹਿੰਸਾ ਹੋ ਰਹੀ ਹੈ ਉਹਦਾ ਜ਼ਿੰਮੇਵਾਰ ਕੌਣ ਹੈ? ਹਿੰਸਾ ਤਾਂ ਹੋ ਰਹੀ ਹੈ, ਲੋਕ ਮਰ ਰਹੇ ਨੇ, ਦੋ ਹਿੱਸਿਆਂ 'ਚ ਵੰਡਿਆ ਜਾ ਚੁੱਕਿਆ ਹੈ, ਮਤਈ ਤੇ ਕੁਕੀ ਲੋਕ ਦੂਰ ਹੋ ਗਏ ਨੇ। ਇਸ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਮੋਦੀ ਸਾਹਿਬ ਨੂੰ ਦੇਣੇ ਪੈਣੇ ਨੇ, ਇਹ ਗੱਲ ਜ਼ਰੂਰ ਹੈ। ਤੇ ਉਸ ਤੋਂ ਬਾਅਦ ਉਹਨਾਂ ਦੇ ਜਵਾਬ ਦੇ ਵਿੱਚ ਸਮ੍ਰਿਤੀ ਇਰਾਨੀ ਜਿਹੜੀ ਹੈ ਉਹ ਉਹਨਾਂ ਨੇ ਮੋਰਚਾ ਸੰਭਾਲਿਆ ਔਰ ਸਮ੍ਰਿਤੀ ਇਰਾਨੀ ਨੇ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ। ਪਰ ਕਮਾਲ ਇਹ ਹੈ, ਦੋ ਬੰਦੇ ਬੋਲੇ। ਅਮਿਤ ਸ਼ਾਹ ਦੇ ਲਈ ਤਾਂ ਟਾਈਮ ਵੀ ਵਧਾਉਣਾ ਪਿਆ ਕਿ ਉਹਨਾਂ ਦੀ ਚਰਚਾ ਪੂਰੀ ਹੋ ਜੇ। ਅਮਿਤ ਸ਼ਾਹ ਵੀ ਤੇ ਸਮ੍ਰਿਤੀ ਇਰਾਨੀ ਜ਼ਿਆਦਾ ਗੱਲਾਂ ਕੀਤੀਆਂ ਪਾਸ ਦੀਆਂ, ਜ਼ਿਆਦਾ ਗੱਲਾਂ ਕੀਤੀਆਂ ਮੋਦੀ ਸਾਹਿਬ ਦੀਆਂ ਉਪਲਬਧੀਆਂ ਕੀ ਨੇ, ਕਿੰਨੀਆਂ ਕੁੜੀਆਂ ਪੜ੍ਹ ਰਹੀਆਂ ਨੇ, ਕਿੰਨੇ ਸਕਾਲਰਸ਼ਿਪ ਦਿੱਤੇ, ਇਸ ਕਿਸਮ ਦੀਆਂ ਗੱਲਾਂ। ਔਰ ਜਦ ਸਮ੍ਰਿਤੀ ਇਰਾਨੀ ਨੇ ਉਹ ਗੱਲਾਂ ਕੀਤੀਆਂ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਕਸ਼ਮੀਰ 'ਚ ਕੀ ਹੋ ਰਿਹਾ ਸੀ, ਜੰਮੂ ਕਸ਼ਮੀਰ 'ਚ ਕਸ਼ਮੀਰੀ ਪੰਡਤਾਂ ਦਾ ਮੁੱਦਾ, ਸਿੱਖ ਦੰਗੇ ਜਿਹਨੂੰ ਕਹਿ ਰਹੇ ਸੀ, ਉਸ ਵੇਲੇ ਸਿੱਖ ਕਤਲੇਆਮ ਵੇਲੇ ਸਿੱਖਾਂ ਨਾਲ ਜੋ ਕੁਝ ਹੋਇਆ ਉਸ ਦੀ ਗੱਲ ਵਾਰ-ਵਾਰ ਸਮ੍ਰਿਤੀ ਇਰਾਨੀ ਇਹ ਕਹਿ ਕੇ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਕਾਂਗਰਸ ਦੇ ਟਾਈਮ ਵੀ ਇਹੋ ਜਿਹਾ ਕੁਝ ਹੋਇਆ। ਲੇਕਿਨ ਮਣੀਪੁਰ ਤੇ ਗੱਲ ਦੋਨਾਂ ਨੇ ਬਹੁਤ ਘੱਟ ਕੀਤੀ, ਨਾ ਮੋਦੀ ਸਾਹਿਬ ਤੇ ਨਾ ਉਪਲਬਧੀਆਂ ਗਿਣਾਈਆਂ। ਇਸ ਕਿਸਮ ਦੀ ਗੱਲ ਉੱਥੇ ਦੇਖਣ ਨੂੰ ਮਿਲੀ। ਇੱਕ ਤਾਂ ਕਮਾਲ ਹੀ ਕਰਤੀ ਅਮਿਤ ਸ਼ਾਹ ਨੇ, ਪਤਾ ਨਹੀਂ ਉਸ ਨੂੰ ਤੁਸੀਂ ਪੋਜ਼ਿਟਿਵ ਲਓਗੇ ਜਾਂ ਨੈਗੇਟਿਵ ਲਓਗੇ। ਉਹ ਕਹਿੰਦੇ ਅਸੀਂ ਕਿਉਂ ਬਦਲੀਏ ਮੁੱਖ ਮੰਤਰੀ, ਮੁੱਖ ਮੰਤਰੀ ਬੀਰੇਂਦਰ ਸਿੰਘ ਨੂੰ ਕਿਉਂ ਬਦਲੀਏ? ਇਸ ਕਰਕੇ ਨਹੀਂ ਬਦਲ ਰਹੇ ਕਿਉਂਕਿ ਉਹ ਤਾਂ ਪੂਰਾ ਸਹਿਯੋਗ ਕਰ ਰਹੇ ਨੇ। ਮਤਲਬ ਕਿਸ ਗੱਲ ਦਾ ਸਹਿਯੋਗ ਕਰ ਰਹੇ ਨੇ? ਵਿਰੋਧੀ ਇਹ ਪੁੱਛਣਗੇ ਅਮਿਤ ਸ਼ਾਹ ਨੂੰ ਜਦੋਂ ਹੁਣ ਦੁਬਾਰਾ ਲੋਕ ਸਭਾ 'ਚ ਬਹਿਸ ਹੋਏਗੀ ਕਿ ਕਾਹਦਾ ਸਹਿਯੋਗ ਕਰ ਰਹੇ ਨੇ। ਬਦਲਣਾ ਤਾਂ ਉਦੋਂ ਹੁੰਦਾ ਮੁੱਖ ਮੰਤਰੀ ਨੂੰ ਜਦੋਂ ਉਹ ਤੋਂ ਕੰਟਰੋਲ ਤੋਂ ਬਸੋਂ ਬਾਹਰ ਹੋ ਜੇ ਗੱਲ, ਤੇ ਉਹ ਕਹਿੰਦੇ ਸਹਿਯੋਗ ਕਰ ਰਹੇ ਨੇ, ਇਸ ਕਰਕੇ ਅਸੀਂ ਨਹੀਂ ਬਦਲਣਾ। ਖੈਰ ਇਹ ਆਪਣੇ ਆਪ ਦੇ ਇੱਕ 'ਚ ਵੱਡੀ ਗੱਲ ਸੀ ਤੇ ਰਾਹੁਲ ਗਾਂਧੀ ਨੇ ਤਿੱਖੀ ਹਾਜ਼ਰੀ ਲਵਾਈ ਔਰ ਉਹਦਾ ਅਸਰ ਦੂਰ ਤੱਕ ਹੋਏਗਾ। ਲੇਕਿਨ ਹੋਰ ਵੀ ਗੱਲਾਂ ਨੇ। ਜਦੋਂ ਰਾਵਣ ਕਹਿੰਦੇ ਨੇ, ਜਦੋਂ ਕਹਿੰਦੇ ਨੇ ਹਨੂਮਾਨ ਨੇ ਨਹੀਂ, ਰਾਵਣ ਨੂੰ ਉਹਦੇ ਹੰਕਾਰ ਨੇ ਮਾਰਿਆ ਸੀ, ਜਦੋਂ ਮੋਦੀ ਸਾਹਿਬ ਨੂੰ ਹੰਕਾਰੀ ਕਹਿੰਦੇ ਨੇ, ਜਦੋਂ ਦੇਸ਼ ਧਰੋਹੀ ਕਹਿੰਦੇ ਨੇ, ਉਹ ਤੇ ਕੋਈ ਇਤਰਾਜ਼ ਨਹੀਂ ਸਮ੍ਰਿਤੀ ਇਰਾਨੀ ਨੇ ਪ੍ਰਗਟ ਕੀਤਾ ਜਾਂ ਭਾਰਤੀ ਜਨਤਾ ਪਾਰਟੀ ਨੇ ਪ੍ਰਗਟ ਕੀਤਾ। ਇਤਰਾਜ਼ ਕੀਤਾ ਪਰ ਇਹ ਗੱਲਾਂ ਇਗਨੋਰ ਕਰਤੀਆਂ। ਫਿਰ ਕਿਹੜੀ ਗੱਲ ਤੇ ਇਤਰਾਜ਼ ਕੀਤਾ? ਇਤਰਾਜ਼ ਇਹ ਕੀਤਾ ਕਿ ਰਾਹੁਲ ਗਾਂਧੀ ਨੇ ਇੱਕ ਫਲਾਈਂਗ ਕਿਸ ਦਿੱਤੀ। ਉਹ ਕਹਿੰਦੇ ਜਿਹੜੀ ਫਲਾਈਂਗ ਕਿਸ ਹੈ ਇਹ ਉਹਨਾਂ ਦੀ ਅਭੱਦਰਤਾ ਦੀ ਨਿਸ਼ਾਨੀ ਹੈ। ਇੱਥੇ ਬਹੁਤ ਸਾਰੀਆਂ ਜਿਹੜੀਆਂ ਔਰਤਾਂ ਬੈਠੀਆਂ ਨੇ, ਮਹਿਲਾਵਾਂ ਬੈਠੀਆਂ ਨੇ, ਉਹਨਾਂ ਨੂੰ ਰਾਹੁਲ ਗਾਂਧੀ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ। ਇਸ ਦੀ ਸ਼ਿਕਾਇਤ ਕੀਤੀ ਹੈ।
ਜਿਨੀ ਰਾਹੁਲ ਗਾਂਧੀ ਦੇ ਇਸ ਐਕਸ਼ਨ ਦੀ ਸ਼ਿਕਾਇਤ ਕੀਤੀ ਹੈ, ਜਿਹੜਾ ਐਕਸ਼ਨ ਅੱਜ ਕੱਲ੍ਹ ਦੀ ਪੀੜ੍ਹੀ ਆਮ ਤੌਰ ਤੇ ਛੋਟੇ ਛੋਟੇ ਬੱਚੇ ਵੀ, ਤੇ ਬੱਚਿਆਂ ਨੂੰ ਛੋਟੀ ਸਿਖਾ ਦਿੰਦੇ ਆ, ਬੱਚਿਆਂ ਨੂੰ ਇੱਕ ਦੂਜੇ ਨੂੰ ਕਹਿੰਦੇ ਆ, ਜਾਂ ਕਿਸੇ ਨੂੰ ਜੇ ਕਿਤੇ ਦਿੱਕਤ ਨਾ ਕਰੇ, ਜੇ ਦਾਦੂ ਨੂੰ ਕਿਸ ਕਰ, ਫਲਾਈਂਗ ਕਿਸ ਕਰ, ਜਾਂ ਜਦੋਂ ਏਅਰਪੋਰਟ ਤੇ ਛੱਡਣ ਆਉਂਦੇ ਆ, ਇਸ ਤਰ੍ਹਾਂ ਦੀਆਂ ਗੱਲਾਂ ਆਪਾਂ ਅਕਸਰ ਦੇਖਦੇ ਹਾਂ। ਜਾਂ ਜੇ ਇੱਕ ਪਲੇਅਰ ਸੈਂਚੁਰੀ ਪੂਰੀ ਕਰਦਾ ਹੈ, ਉਹ ਵੀ ਐਸਾ ਕੁਝ ਕਰਦਾ ਹੈ, ਤੇ ਰਾਹੁਲ ਗਾਂਧੀ ਅਕਸਰ ਇਹੋ ਜਿਹਾ ਕੁਝ ਕਰ ਜਾਂਦੇ ਨੇ। ਤੁਹਾਡੇ ਯਾਦ ਹੋਊ ਇੱਕ ਵਾਰੀ ਅੱਖ ਵੀ ਮਾਰੀ ਸੀ, ਇੱਕ ਵਾਰੀ ਜਾ ਕੇ ਮੋਦੀ ਸਾਹਿਬ ਨੂੰ ਜੱਫੀ ਵੀ ਪਾ ਲਈ ਸੀ। ਤੋ ਇਸ ਗੱਲ ਤੇ ਇਤਰਾਜ਼ ਤੇ ਇਸ ਗੱਲ ਦੀ ਸ਼ਿਕਾਇਤ ਕੱਲ ਕੀਤੀ ਫਿਰ ਸਪੀਕਰ ਸਾਹਿਬ ਕੋਲ, ਕਿ ਰਾਹੁਲ ਗਾਂਧੀ ਨੇ ਇਹ ਜਿਹੜੀ ਫਲਾਈਂਗ ਕਿਸ ਕੀਤੀ ਹੈ, ਇਹ ਤੇ ਇਹਦਾ ਜਿਹੜਾ ਹੈ ਬਣਦਾ ਐਕਸ਼ਨ ਲਿਆ ਜਾਵੇ। ਇਹ ਗੱਲ ਜਿਹੜੀਆਂ ਔਰਤਾਂ ਨੇ, ਮਹਿਲਾਵਾਂ ਨੇ, ਲੇਡੀ ਸਾਂਸਦ ਨੇ, ਉਹਨਾਂ ਨੇ ਕੀਤੀ। ਖੈਰ ਬਹੁਤ ਕੁਝ ਕਿਹਾ ਜਾ ਸਕਦਾ ਹੈ, ਤੁਹਾਨੂੰ ਸਿਰਫ ਇਸ਼ਾਰਾ ਮਾਤਰ ਹੈ ਕਿ ਇੰਨਾ ਕੁਝ ਉੱਥੇ ਹੋਇਆ। ਪਰ ਜਿਹੜਾ ਜ਼ਿਕਰ ਮੈਂ ਕਰਨਾ ਹੈ ਲੋਕ ਸਭਾ ਦੀ ਕਰਨਾ ਹੈ। ਪਰ ਲੋਕ ਸਭਾ ਦੇ ਵਿੱਚ ਇੱਕ ਭਾਸ਼ਣ ਮੈਨੂੰ ਇੱਕ ਨਹੀਂ ਦੂਜੀ ਤੀਜੀ ਵਾਰ ਚੰਗਾ ਲੱਗਿਆ, ਉਹ ਲੱਗਿਆ ਹਰਸਿਮਰਤ ਕੌਰ ਬਾਦਲ ਦਾ। ਹਰਸਿਮਰਤ ਕੌਰ ਬਾਦਲ ਇਹਨਾਂ ਦਿਨਾਂ ਦੇ ਵਿੱਚ ਪੂਰੀ ਤਿਆਰੀ ਕਰਕੇ ਜਾਂਦੇ ਨੇ, ਜਾਂ ਜਿਵੇਂ ਰਾਹੁਲ ਗਾਂਧੀ ਨੇ ਕਿਹਾ ਸੀ, ਹੁਣ ਉਹ ਦਿਲੋਂ ਬੋਲਦੇ ਨੇ, ਕਿਉਂਕਿ ਹੁਣ ਉਹਨਾਂ ਦਾ ਜਿਹੜੀ ਪਾਰਟੀ ਅਸਲੀ ਅਕਾਲੀ ਦਲ, ਜਿੱਥੋਂ ਜਦੋਂ ਅਕਾਲੀ ਦਲ ਦਾ ਜਨਮ ਹੋਇਆ ਸੀ, ਜਿਸ ਗੁਰਦੁਆਰਾ ਸੁਧਾਰ ਚੋਂ ਅਕਾਲੀ ਦਲ ਦਾ ਜਨਮ ਹੋਇਆ ਸੀ, ਅਕਾਲੀ ਲਹਿਰ ਚੋਂ, ਉਸ ਦੇ ਜਿਹੜੇ ਮੁੱਦੇ ਸੀ, ਉਸ ਦੀ ਜਿਹੜੀ ਸੋਚ ਸੀ, ਸ਼ਾਇਦ ਉਹ ਸੋਚ ਨਾਲ ਮੇਲ ਖਾਂਦੀਆਂ ਗੱਲਾਂ ਹੁਣ ਹਰਸਿਮਰਤ ਦੇ ਮੂੰਹੋਂ ਨਿਕਲੀਆਂ। ਕਿਉਂਕਿ ਨਾ ਤਾਂ ਉਹ ਇੰਡੀਆ ਦਾ ਹਿੱਸਾ ਨੇ, ਨਾ ਹੁਣ ਉਹ ਇੰਡੀਆ ਦਾ ਹਿੱਸਾ ਨੇ। ਹੁਣ ਉਹਨਾਂ ਦੀ ਕੋਈ ਮਜਬੂਰੀ ਨਹੀਂ ਕਿ ਬਿਲਾਂ ਦੀ ਜਸਟੀਫਿਕੇਸ਼ਨ ਦਿਓ। ਹੁਣ ਅਕਾਲੀਆਂ ਦੀ ਕੋਈ ਮਜਬੂਰੀ ਨਹੀਂ ਕਿ ਉਹ ਇਹ ਚੁੱਪ ਰਹਿਣ ਕਿ ਧਾਰਾ 370 ਤੇ ਅਸੀਂ ਕੀ ਕਹਿਣਾ। ਉਹਨਾਂ ਦੀ ਕੋਈ ਮਜਬੂਰੀ ਨਹੀਂ। ਜੇ ਗੁਜਰਾਤ ਦੇ ਵਿੱਚ 2002 ਦੇ ਵਿੱਚ ਜਿਹੜੇ ਦੰਗੇ ਹੋਏ ਨੇ ਉਹਦੇ ਤੇ ਚੁੱਪ ਵੱਟ ਲੈਣ, ਜਾਂ ਬਹੁਤ ਸਾਰੇ ਉਹ ਐਕਸ਼ਨ ਦੇ ਚੁੱਪ ਵੱਟ ਲੈਣ ਜਿਨ੍ਹਾਂ ਦੇ ਬਾਰੇ 'ਚ ਇਹਨਾਂ ਦੀ ਸੋਚ, ਅਕਾਲੀ ਦਲ ਦੀ ਜਿਹੜੀ ਨੀਤੀ ਕੁਛ ਹੋਰ ਕਹਿੰਦੀ ਹੈ। ਹੁਣ ਤਾਂ ਜੋ ਨੀਤੀ ਕਹਿੰਦੀ ਹੈ ਉਹੀ ਗੱਲ ਕੀਤੀ, ਤੇ ਉਹਨਾਂ ਨੇ ਹਰਸਿਮਰਤ ਕੌਰ ਬਾਦਲ ਨੇ ਆਪਣੇ ਥੋੜ੍ਹੇ ਜਿਹੇ ਸਮੇਂ 'ਚ ਵੱਡਾ ਤੇ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ। ਬਹੁਤ ਵਧੀਆ ਬੋਲੇ ਲੋਕ ਸਭਾ 'ਚ, ਇੰਨਾ ਕੁ ਵਧੀਆ ਬੋਲੇ, ਬਹਿਸ ਭਾਵੇਂ ਮਣੀਪੁਰ ਦੇ ਮੁੱਦੇ ਤੇ ਸੀ, ਪਰ ਉਹਨਾਂ ਨੇ ਪੰਜਾਬ ਨਾਲ ਤੇ ਸਿੱਖਾਂ ਨਾਲ ਰਿਲੇਟਡ ਕੋਈ ਮੁੱਦਾ ਨਹੀਂ ਛੱਡਿਆ। ਸਿੱਖ ਕਤਲੇਆਮ ਦਾ ਜ਼ਿਕਰ ਕੀਤਾ, ਜਿਸ ਤਰ੍ਹਾਂ 84 ਦੇ ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਿਸ ਤਰ੍ਹਾਂ ਸਿੱਖਾਂ ਦੀ ਨਸਲਕੁਸ਼ੀ ਹੋਈ, ਉਸ ਦਾ ਜ਼ਿਕਰ ਕਰਦੇ ਹੋਏ ਰਾਹੁਲ ਗਾਂਧੀ ਨਾਲ ਕਿਵੇਂ ਜੋੜਿਆ, ਇਹ ਵੀ ਕਮਾਲ ਹੈ। ਰਾਹੁਲ ਗਾਂਧੀ ਲਗਾਤਾਰ ਕਹਿ ਰਹੇ ਨੇ ਨਾ ਕਿ ਮੈਂ ਭਾਰਤ ਜੋੜੋ ਯਾਤਰਾ ਕੀਤੀ। ਉਹ ਕਹਿੰਦੇ ਸੈਂਕੜੇ ਵਿਧਵਾਵਾਂ ਜਿੱਥੇ ਰਹਿੰਦੀਆਂ ਨੇ, ਉਹ ਵਿਧਵਾ ਕਲੋਨੀ 'ਚ ਤਾਂ ਇਹਨਾਂ ਨੇ ਯਾਤਰਾ ਨਹੀਂ ਕੀਤੀ, ਉੱਥੇ ਤਾਂ ਗਏ ਨਹੀਂ। ਜਾਣੀ ਕਿ ਇਸ ਮਾਮਲੇ 'ਚ ਕਾਂਗਰਸ ਨੂੰ ਸਮ੍ਰਿਤੀ ਇਰਾਨੀ ਨੇ ਵੀ ਘੇਰਿਆ ਸੀ। ਬਿਲਕੁਲ ਉਸੇ ਤਰ੍ਹਾਂ ਜਿਵੇਂ ਆਪਣੇ ਭਾਸ਼ਣ ਦੇ ਵਿੱਚ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਮੈਂ 2 ਔਰਤਾਂ ਨੂੰ ਮਿਲਿਆ ਮਣੀਪੁਰ 'ਚ ਜਾ ਕੇ, ਸਮ੍ਰਿਤੀ ਇਰਾਨੀ ਨੇ ਸਿੱਖ ਔਰਤਾਂ ਦੀ ਗੱਲ ਕੀਤੀ। ਲੇਕਿਨ ਹਰਸਿਮਰਤ ਕੌਰ ਨੇ ਇੱਕ ਵੱਡਾ ਸਵਾਲ ਖੜਾ ਕੀਤਾ ਕਿ ਕਿੱਥੇ ਹੈ ਤੁਹਾਡੀ ਭਾਰਤ ਜੋੜੋ ਯਾਤਰਾ। ਸਿੱਖਾਂ ਨਾਲ ਜੋ ਵਧੀਕੀ ਹੋਈ ਉੱਥੇ ਤੱਕ ਤਾਂ ਤੁਸੀਂ ਗਏ ਨਹੀਂ, ਵਿਧਵਾ ਕਲੋਨੀ ਦੇ ਹਵਾਲੇ ਨਾਲ ਗੱਲ ਕੀਤੀ। ਫਿਰ ਉਹਨਾਂ ਨੇ ਆਜ਼ਾਦੀ ਤੋਂ ਬਾਅਦ ਜੋ ਸਿੱਖਾਂ ਨਾਲ ਧੱਕਾ ਹੋਇਆ ਉਸ ਦੀ ਗੱਲ ਸ਼ੁਰੂ ਤੋਂ, ਇਹ ਵੀ ਮੈਂ ਤੁਹਾਨੂੰ ਕਿਹਾ ਵੀ ਕੋਈ ਮੁੱਦਾ ਨਹੀਂ ਛੱਡਿਆ। ਬੰਦੀ ਸਿੰਘਾਂ ਦਾ ਮੁੱਦਾ ਨਹੀਂ ਉਹਨਾਂ ਨੇ ਛੱਡਿਆ। ਇੱਥੇ ਤੱਕ ਕਿ ਲੇਟੈਸਟ ਮੁੱਦਾ ਜਦੋਂ ਉਹ NIA ਖਾਲਸਾ ਏਡ ਤੇ ਛਾਪਾ ਮਾਰਦੀ ਹੈ, ਇੱਥੋਂ ਤੱਕ ਉਹਨਾਂ ਨੇ ਗੱਲ ਕੀਤੀ, ਆਪਣੀ ਵੀ ਜਸਟੀਫਿਕੇਸ਼ਨ ਦਿੱਤੀ ਹਰਸਿਮਰਤ ਕੌਰ ਨੇ, ਜਿਹਦੇ ਕਾਰਨ ਕਿਹਾ ਜਾਂਦਾ ਕਿ ਇਹ ਭਾਰਤੀ ਜਨਤਾ ਪਾਰਟੀ ਦੇ ਨਾਲ ਉਦੋਂ ਤੱਕ ਰਹੇ ਜਿੰਨਾ ਚਿਰ ਕਿਸਾਨਾਂ ਨੇ ਇਹਨਾਂ ਦੇ ਘਰ ਦੇ ਬਾਹਰ
ਮੋਰਚਾ ਨਹੀਂ ਲਾਇਆ ਸੀ, ਇਹ ਬਿੱਲਾਂ ਦੀ ਹਮਾਇਤ ਕਰਦੇ ਸੀ। ਬਿਲਕੁਲ, ਲੇਕਿਨ ਇੱਥੇ ਬੋਲਦੇ ਹੋਏ ਕਿਹਾ ਕਿ ਜੀ ਮੈਨੂੰ ਤਾਂ ਪੁੱਛਿਆ ਹੀ ਨਹੀਂ, ਇੱਕ ਮੰਤਰੀ ਨੂੰ ਨਹੀਂ ਪੁੱਛਿਆ, ਇਹ ਉਹਨਾਂ ਨੇ ਗੱਲ ਕੀਤੀ। ਚੰਡੀਗੜ੍ਹ ਦੀ ਗੱਲ, ਚੰਡੀਗੜ੍ਹ ਪੰਜਾਬ ਦਾ ਇਹ ਵੀ ਕਮਾਲ ਹੈ ਕਿ ਪਹਿਲਾਂ ਕਦੇ ਨਹੀਂ ਗੱਲ ਕੀਤੀ। ਅਕਾਲੀ ਦਲ ਨੇ ਜਿੰਨਾ ਚਿਰ ਸਾਂਝ ਰਹੀ ਭਾਰਤੀ ਜਨਤਾ ਪਾਰਟੀ ਨਾਲ, ਉਹਨਾਂ ਚਿਰ ਕੋਈ ਗੱਲ ਨਹੀਂ ਕੀਤੀ। ਤੇ ਕੱਲ ਚੰਡੀਗੜ੍ਹ ਵੀ ਯਾਦ ਆਇਆ, ਪੰਜਾਬੀ ਬੋਲਦੇ ਇਲਾਕੇ ਵੀ ਯਾਦ ਆਏ। ਮੈਂ ਜਿਵੇਂ ਸ਼ੁਰੂ 'ਚ ਕਿਹਾ, ਸਾਰੇ ਮੁੱਦੇ ਯਾਦ ਆਏ ਜਿਹੜੇ ਮੁੱਦਿਆਂ ਤੇ ਲਗਾਤਾਰ ਪੰਜਾਬ ਲੜ ਰਿਹਾ ਹੈ। SYL ਦਾ, ਪਾਣੀ ਦਾ ਮੁੱਦਾ ਕੋਈ ਨਹੀਂ ਛੱਡਿਆ। ਇਹ ਵੀ ਗੱਲ ਜਿਹੜੀ ਹੈ, ਮੈਂ ਤੁਹਾਨੂੰ ਦੱਸ ਰਿਹਾ ਕਿ ਪਹਿਲਾਂ ਚੁੱਪ ਰਹਿਣ ਵਾਲੀ ਸਜ਼ਾ ਭੁਗਤ ਰਹੇ ਨੇ ਅਕਾਲੀ। ਕੱਲ ਜਿਹੜੀ ਲਾਈਨ ਲਈ ਹੈ ਉਹ ਵੱਖਰੀ ਹੈ। ਜਦੋਂ ਇਹ ਬਾਬਰੀ ਮਸਜਿਦ ਤੇ ਚੁੱਪ ਰਹਿੰਦੇ ਨੇ, ਗੁਜਰਾਤ ਤੇ ਚੁੱਪ ਰਹਿੰਦੇ ਨੇ, ਜੰਮੂ ਕਸ਼ਮੀਰ ਤੇ ਚੁੱਪ ਰਹਿੰਦੇ ਨੇ, ਉੱਥੇ ਫਿਰ ਈਵਨ ਕਿਸਾਨ ਬਿੱਲਾਂ ਤੇ ਚੁੱਪ ਰਹਿੰਦੇ ਨੇ, ਉਹਦੀ ਸਜ਼ਾ ਤਾਂ ਭੁਗਤੀ ਹੈ। ਲੇਕਿਨ ਕੱਲ ਲਾਂਭੇ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਦਾ ਕਾਰਨ ਸ਼ਾਇਦ ਇਹ ਵੀ ਹੋਵੇ ਕਿ ਹੁਣ ਉਹ ਨਾ NDA ਨਾਲ ਨੇ, ਨਾ ਇੰਡੀਆ ਨਾਲ ਨੇ, ਨਾ ਭਾਰਤੀ ਜਨਤਾ ਪਾਰਟੀ ਦੇ ਨਾਲ ਨੇ, ਤੇ ਨਾ ਹੀ ਉਹ ਜਿਹੜਾ ਹੈ ਕਾਂਗਰਸ ਦੇ ਨਾਲ ਨੇ। ਇਹੀ ਕਾਰਨ ਹੈ ਦੋਨਾਂ ਤੇ ਅਟੈਕ ਕੀਤਾ, ਭਾਰਤੀ ਜਨਤਾ ਪਾਰਟੀ ਤੇ ਵੀ ਅਟੈਕ ਕੀਤਾ ਔਰ ਦੂਜੇ ਪਾਸੇ ਕਾਂਗਰਸ ਤੇ ਵੀ ਅਟੈਕ ਕੀਤਾ। ਭਾਰਤੀ ਜਨਤਾ ਪਾਰਟੀ ਤੇ ਲੇਟੈਸਟ ਅਟੈਕ ਕੀਤਾ, ਹਰਿਆਣਾ ਨੂੰ ਥਾਂ ਦੇਣ ਨੂੰ ਫਿਰਦੇ ਸੀ ਵਿਧਾਨ ਸਭਾ ਦੀ। BBMP ਤੇ ਸਾਡਾ ਮੈਂਬਰ ਜਿਹੜਾ ਹੈ ਉਹ ਘਟਾ ਦਿੱਤਾ। ਇਹ ਸਾਰੀਆਂ ਗੱਲ ਜਦੋਂ ਦੇਸ਼ ਤੇ ਜਿਹੜਾ ਹੈ ਕਤਲ, ਜਦੋਂ ਸਿੱਖਾਂ ਦਾ ਕਤਲੇਆਮ ਹੋ ਰਿਹਾ ਸੀ, ਉਦੋਂ ਕੋਈ ਨਹੀਂ ਬੋਲਿਆ। ਸੰਸਦ 'ਚ ਕੋਈ ਗੱਲ ਬਿਲਕੁਲ ਠੀਕ ਹੈ, ਕੋਈ ਨਹੀਂ ਬੋਲਿਆ। ਬਲਕਿ ਅਡਵਾਨੀ ਸਾਹਿਬ ਤਾਂ ਕਹਿ ਰਹੇ ਨੇ ਕਿ ਗੋਲਡਨ ਟੈਂਪਲ 'ਤੇ ਅਸੀਂ ਅਟੈਕ ਕਰਾਇਆ, ਅਸੀਂ ਮਜਬੂਰ ਕੀਤਾ ਇੰਦਰਾ ਗਾਂਧੀ ਨੂੰ। ਤੇ ਇੱਥੇ ਇੱਕ ਹੋਰ ਗੱਲ ਜ਼ਰੂਰ ਹੈ, ਮੈਂ ਬਹੁਤ ਵਾਰ ਗੱਲ ਕੀਤੀ ਹੈ ਕਿ ਤੁਸੀਂ ਬਹੁਤ ਵਾਰ ਲੋਕ ਪ੍ਰਚਾਰ 'ਚ ਆ ਜਾਂਦੇ ਨੇ, ਸਮਝਦੇ ਨਹੀਂ ਆਪਾਂ। ਔਰ ਅਸੀਂ ਇਹ ਜੋ ਪ੍ਰਚਾਰ ਕੀਤਾ ਜਾਂਦਾ ਉਹਦਾ ਅਸਰ ਜਿਹੜਾ ਹੈ ਉਹ ਅਸੀਂ ਬਿਲਕੁਲ ਉਸ ਨੂੰ ਬਹੁਤ ਲਿਮਟਡ ਜਿਹਾ ਕਰ ਦਿੰਦੇ ਹਾਂ। ਗੁਰੂਆਂ ਦੀ ਕਈ ਵਾਰ ਕੁਰਬਾਨੀ ਨੂੰ ਜਦੋਂ ਇਹ ਕਿਹਾ ਜਾਂਦਾ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜੀ ਕੁਰਬਾਨੀ ਦਿੱਤੀ, ਉਹ ਹਿੰਦੂਆਂ ਦੀ ਰਾਖੀ ਲਈ, ਜਨੇਊ ਦੀ ਰਾਖੀ ਲਈ ਦਿੱਤੀ। ਇਹ ਗੱਲ ਹਰਸਿਮਰਤ ਕੌਰ ਨੇ ਵੀ ਕੀਤੀ ਕਿ ਹਿੰਦੂਆਂ ਦੀ ਰਾਖੀ, ਭਾਈ ਹਿੰਦੂਆਂ ਦੀ ਰਾਖੀ ਲਈ ਨਹੀਂ ਕੀਤੀ ਬੀਬਾ ਜੀ। ਬਾਕੀਆਂ ਨੂੰ ਵੀ ਮੈਂ ਕਹਿੰਦਾ ਜਦੋਂ ਬੋਲਣਾ ਹੈ, ਉਹ ਹਿਊਮਨ ਰਾਈਟਸ ਦੀ ਗੱਲ ਸੀ, ਮਨੁੱਖੀ ਅਧਿਕਾਰਾਂ ਲਈ ਕੀਤੀ। ਹਿੰਦੂਆਂ ਦੀ ਥਾਂ ਜੇ ਕੋਈ ਹਿੰਦੂ ਰਾਜਾ ਮੁਸਲਮਾਨਾਂ ਨੂੰ ਹਿੰਦੂ ਬਣਾਉਣ ਦੀ ਕੋਸ਼ਿਸ਼ ਕਰਦਾ, ਉਦੋਂ ਵੀ ਗੁਰੂ ਨੇ ਇਹੀ ਕਹਿਣਾ ਸੀ। ਉਹਨਾਂ ਨੇ ਇਹ ਨਹੀਂ ਕਿਹਾ, ਉਹਨਾਂ ਨੇ ਇਹ ਕਿਹਾ, ਨਾਂ ਨਹੀਂ ਲਿਆ। ਉਹ ਕਹਿੰਦਾ ਜੋ ਵੀ ਜ਼ੁਲਮ ਕਰਦਾ ਉਸ ਨੂੰ ਨਾ ਭੈ ਖਾਣਾ ਨਾ ਭੈ ਦੇਣਾ, ਇਹ ਗੱਲ ਕੀਤੀ ਉਹਨਾਂ। ਦੇਖੋ ਨਾ, ਗੁਰੂ ਜਿਹੜਾ ਹੈ ਉਹ ਆਪ ਵਿਚਾਰਧਾਰਕ ਪੱਖੋਂ ਨੌਵਾਂ ਨਾਨਕ ਬਿਲਕੁਲ ਆਪਣੇ ਪਹਿਲੇ ਨਾਨਕ ਵਾਂਗ ਜਨੇਊ ਦੀ ਗੱਲ ਨਹੀਂ ਸੀ। ਲੇਕਿਨ ਜਨੇਊ ਦੀ ਰਾਖੀ ਸਿਰਫ ਇਸ ਕਰਕੇ ਕਿ ਔਰੰਗਜ਼ੇਬ ਉਸ ਵੇਲੇ ਜਿਹੜਾ ਹੈ ਇਸ ਗੱਲ ਇਹ ਕਹਿ ਰਿਹਾ ਸੀ ਕਿ ਤੁਸੀਂ ਧਰਮ ਜਿਹੜਾ ਹੈ ਉਹਦਾ ਛੱਡੋ ਜਾਂ ਮਰਨ ਲਈ ਤਿਆਰ ਹੋਵੋ। ਮਤਲਬ ਇਹ ਕਿਸੇ ਦੇ ਜਿਹੜਾ ਧਾਰਮਿਕ ਹੱਕਾਂ ਤੇ ਹਮਲਾ ਸੀ, ਉਹ ਕਿਸੇ ਦਾ ਵੀ ਹੁੰਦਾ। ਇਸ ਕਰਕੇ ਮਨੁੱਖੀ ਅਧਿਕਾਰਾਂ ਦੀ ਖੈਰ ਹਰਸਿਮਰਤ ਕੌਰ ਨੇ ਇਹ ਇਸ਼ੂ ਵੀ ਲਿਆ ਔਰ ਮੈਂ ਸਮਝਦਾ ਹੈ ਕਿ ਇਹ ਭਾਸ਼ਣ ਕਾਫੀ ਅੱਛਾ ਸੀ। ਜੇ ਸ਼੍ਰੋਮਣੀ ਅਕਾਲੀ ਦਲ ਨੇ ਰਿਵਾਈਵ ਕਰਨਾ, ਆਪਣੇ ਆਪ ਨੂੰ ਮੁੜ ਸੁਰਜੀਤ ਕਰਨਾ, ਤਾਂ ਇਹ ਜਿਹੜੀ ਲਾਈਨ ਹੈ, ਜਿਹੜੀ ਕੱਲ ਲਾਈਨ ਲਈ, ਉਹ ਲਾਈਨ ਅਸਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਲਾਈਨ ਹੈ। ਇਹ ਤੇ ਆਪਾਂ ਫਿਰ ਵੀ ਡਿਟੇਲ 'ਚ ਗੱਲ ਕਰਾਂਗੇ ਹੁਣ, ਕਿਉਂਕਿ ਹੋਰ ਵੀ ਅਹਿਮ ਖਬਰਾਂ ਨੇ, ਉਹਨਾਂ ਦਾ ਜ਼ਿਕਰ ਕਰਨਾ ਬਣਦਾ ਹੈ। ਅਹਿਮ ਖਬਰ ਇੱਕ ਹੋਰ ਹੈ, ਰਾਘਵ ਚੱਡਾ ਦੀ। ਰਾਘਵ ਚੱਡਾ ਰਾਜ ਸਭਾ ਦਾ ਮੈਂਬਰ ਹੈ। ਰਾਘਵ ਚੱਡਾ ਤੇ ਇੱਕ ਇਲਜ਼ਾਮ ਲੱਗਿਆ ਹੈ। ਇਲਜ਼ਾਮ ਵੀ 4-5 ਸਾਂਸਦਾਨਾਂ, ਉਹਨਾਂ ਦੇ ਸਾਥੀਆਂ ਨੇ, ਰਾਜ ਸਭਾ ਦੇ ਮੈਂਬਰਾਂ ਨੇ ਲਾਇਆ। ਕੀ ਲਾਇਆ? ਕਹਿੰਦੇ ਜਦੋਂ ਮਸਲਾ ਤਾਂ ਦਿੱਲੀ ਸੇਵਾਵਾਂ ਬਿੱਲ ਦਾ ਸੀ, ਦਿੱਲੀ ਸਰਵਿਸ ਰੂਲ ਤੇ ਹੁਣ ਤਾਂ ਜਿਹੜਾ ਹੈ ਬਣ ਗਿਆ, ਕਾਨੂੰਨ ਬਣ ਗਿਆ। ਉਹ ਜਿਹੜਾ ਆਰਡੀਨੈਂਸ ਲੈ ਕੇ ਆਏ ਸੀ,
ਤੇ ਜਿਹਦੇ ਬਾਰੇ ਕੱਲ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ, ਕਹਿੰਦੇ ਸਮਝ ਨਹੀਂ ਆਉਂਦੀ ਇਹ ਜਿਹੜਾ ਕਾਨੂੰਨ ਹੈ ਇਹਦੇ 'ਚ ਉੱਪਰ ਤੋਂ ਲੈ ਕੇ ਹਰ ਥੱਲੜੇ ਤੱਕ ਸਰਵਿਸ ਤੱਕ ਸਾਰਾ ਕੰਮ ਅਪਾਇੰਟਮੈਂਟ ਤੋਂ ਲੈ ਕੇ ਕੰਮ ਦੀ ਡਿਸਟ੍ਰੀਬਿਊਸ਼ਨ ਤੱਕ ਉਹ ਸਰਕਾਰ ਦਿੱਲੀ ਨੇ ਜਿਹੜਾ ਐਲਜੀ ਨੇ ਕਰਨੀ ਹੈ। ਕਹਿੰਦੇ ਪਤਾ ਨਹੀਂ ਮੋਦੀ ਸਾਹਿਬ ਕੋਲ ਇੰਨਾ ਕਿੰਨਾ ਕੁ ਟਾਈਮ ਹੈ ਕਿ ਚਪਰਾਸੀ ਨੇ ਕੀ ਕੰਮ ਕਰਨਾ ਹੈ, ਚਾਹ ਫੜਾਉਣੀ ਹੈ, ਪੇਪਰ ਫੜਾਉਣਾ ਹੈ, ਦਰਵਾਜ਼ੇ 'ਚ ਬੈਠਣਾ ਹੈ, ਇਹ ਕੰਮ ਵੀ ਕਹਿੰਦੇ ਉਹ ਕਰਨਗੇ। ਇਸ ਕਿਸਮ ਦਾ ਵਿਅੰਗ ਅੱਜ ਕੇਜਰੀਵਾਲ ਨੂੰ ਤੁਸੀਂ ਵੀਡੀਓ ਮੈਸੇਜ 'ਚ ਸੁਣ ਸਕਦੇ ਹੋ। ਉਸ ਬਿੱਲ ਦੇ ਵਿਰੋਧ ਦੇ ਵਿੱਚ ਜਦੋਂ ਮੂਵਮੈਂਟ ਚੱਲ ਰਹੀ ਸੀ ਉਸ ਵੇਲੇ ਰਾਘਵ ਚੱਡਾ ਨੇ ਇਹ ਦੋਸ਼ ਲੱਗਿਆ ਹੈ 4 ਸੰਸਦਾਂ ਵੱਲੋਂ ਕਿ ਸਾਡੇ ਪੁੱਛੇ ਬਿਨਾਂ, ਸਾਡੀ ਸਹਿਮਤੀ ਲਈ ਬਿਨਾਂ ਇਹ ਸਾਡੇ ਵੱਲੋਂ ਇਹਨਾਂ ਨੇ ਉਹਦਾ ਵਿਰੋਧ ਕੀਤਾ। ਮਤਲਬ ਜਾਲੀ ਜਿਹੜਾ ਹੈ ਬਿਨਾਂ ਸਹਿਮਤੀ ਤੋਂ ਉਹਨਾਂ ਨੇ ਵਿਰੋਧ ਕੀਤਾ, ਸਾਡੀ ਸਹਿਮਤੀ ਨਹੀਂ ਲਈ, ਇਸ ਕਿਸਮ ਦੀ ਸ਼ਿਕਾਇਤ ਕੀਤੀ। ਹੁਣ ਜਿਹੜੀ ਸ਼ਿਕਾਇਤ ਪਹੁੰਚ ਗਈ ਜਿਹੜੀ ਵਿਸ਼ੇਸ਼ ਅਧਿਕਾਰ ਕਮੇਟੀ ਹੁੰਦੀ ਹੈ ਲੋਕ ਸਭਾ ਕੋਲ, ਉਹਦੇ ਕੋਲ ਸ਼ਿਕਾਇਤ ਜਿਹੜੀ ਹੈ ਧਨਖੜ ਸਾਹਿਬ ਨੇ ਉੱਥੇ ਭੇਜ ਦਿੱਤੀ ਹੈ ਤੇ ਹੁਣ ਜਿਹੜੀ ਮਰਿਆਦਾ ਕਮੇਟੀ ਕੋਲ ਸ਼ਿਕਾਇਤ ਪਹੁੰਚੀ ਹੈ ਔਰ ਸ਼ਿਕਾਇਤ ਮੈਂਬਰਾਂ ਦੀ ਹੈ। ਹੁਣ ਇਹਦੇ ਕੁਝ ਹੋਊ ਕੀ ਤੁਹਾਡੇ ਮਨ 'ਚ ਇਹ ਹੋਊ ਕਿ ਇਹਦਾ ਕੀ ਨਿਕਲੂਗਾ, ਰਾਘਵ ਚੱਡਾ ਦੇ ਬਿਆਨ ਦਾ ਅਸਰ ਕੀ ਹੋਊਗਾ। ਦੋ ਗੱਲਾਂ ਹੋ ਸਕਦੀਆਂ ਨੇ, ਜਿਸ ਤਰ੍ਹਾਂ ਦੇ ਰਿਲੇਸ਼ਨ ਨੇ ਭਾਰਤੀ ਜਨਤਾ ਪਾਰਟੀ ਦੇ ਤੇ ਜਿਹੜਾ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੇ, ਤਾਂ ਐਕਸ਼ਨ ਲਿਆ ਜਾ ਸਕਦਾ ਹੈ। ਜਿਸ ਤਰ੍ਹਾਂ ਦਾ ਐਕਸ਼ਨ ਰਾਹੁਲ ਗਾਂਧੀ ਤੇ ਇੱਕੋਦਮ ਲਿਆ ਸੀ, ਇਹਨਾਂ ਦੀ ਮੈਂਬਰਸ਼ਿਪ ਖਾਰਜ ਹੋ ਸਕਦੀ ਹੈ। ਰਾਜ ਸਭਾ ਦੀ ਮੈਂਬਰਸ਼ਿਪ ਜਿਹੜੇ ਪੰਜਾਬ ਤੋਂ ਮੈਂਬਰ ਨੇ ਰਾਘਵ ਚੱਡਾ ਉਹਨਾਂ ਦੀ ਜਾ ਸਕਦੀ ਹੈ। 1 ਨੰਬਰ 2 ਆਪਣੇ ਸੁਪਰੀਮੋ ਵਾਂਗ ਮਾਫੀ ਮੰਗ ਸਕਦੇ ਨੇ ਕਿ ਮੈਥੋਂ ਗਲਤੀ ਹੋ ਗਈ ਤੇ ਸ਼ਾਇਦ ਮਾਫ ਕਰ ਦੇਣ। ਇਸ ਕਿਸਮ ਦੀ ਗੱਲ ਹੋ ਸਕਦੀ ਹੈ। ਕੁਝ ਵੀ ਹੋਵੇ, ਜਿਹੜੀ ਉਹਨਾਂ ਦੀ ਮੁਸ਼ਕਲ ਜ਼ਰੂਰ ਵਧੀ ਹੋਈ ਹੈ, ਮਾਫੀ ਮੰਗਣੀ ਹੈ, ਉਹਦੇ 'ਚ ਵੀ ਬੈਕਫੁੱਟ ਤੇ ਜਾਣਗੇ ਤੇ ਨਹੀਂ ਫਿਰ ਰਾਜ ਸਭਾ ਦੀ ਮੈਂਬਰਸ਼ਿਪ ਜਾਊ। ਇਹ ਮਸਲਾ ਇਸ ਕਰਕੇ ਵੀ ਗੰਭੀਰ ਲੱਗਦਾ ਹੈ ਕਿਉਂਕਿ ਭਗਵੰਤ ਮਾਨ ਜਿਨ੍ਹਾਂ ਦੇ ਉਹ ਐਡਵਾਈਜ਼ਰ ਨੇ ਜਾਂ ਐਡਵਾਈਜ਼ਰੀ ਬੋਰਡ ਦੇ ਉਹ ਮੈਂਬਰ ਨੇ, ਉਹ ਦਿੱਲੀ ਪਹੁੰਚ ਗਏ। ਭਗਵੰਤ ਮਾਨ ਦੀਆਂ ਜਿੰਨੀਆਂ ਵੀ ਮੀਟਿੰਗ ਜੋ ਪ੍ਰੋਗਰਾਮ ਸੀ ਸਾਰਾ ਰੀਸ਼ਡਿਊਲ ਕਰਨਾ ਪਿਆ, ਉਹ ਦਿੱਲੀ ਪਹੁੰਚੇ ਨੇ। ਇਸ ਕਰਕੇ ਕਿ ਮਸਲਾ ਬਹੁਤ ਗੰਭੀਰ ਹੈ। ਵੈਸੇ ਇਸ ਨੂੰ ਇਹਦੀ ਅਗਲੀ ਰਣਨੀਤੀ ਵੀ ਤੈਅ ਹੋ ਰਹੀ ਹੈ। ਸੰਜੇ ਸਿੰਘ ਇੱਕ ਆਪਦੇ ਵੀਡੀਓ ਸੰਦੇਸ਼ 'ਚ ਕਹਿ ਰਹੇ ਨੇ ਜੇ ਇਹਨਾਂ ਨੂੰ ਕੱਢ ਦਿੱਤਾ ਗਿਆ ਤਾਂ ਇਹ ਲੋਕ ਸਭਾ ਦੀ ਲੜ ਲੈਣਗੇ। ਯਾਨੀ ਲੋਕ ਸਭਾ ਇਸ ਕਰਕੇ ਵੀ ਲੜਨ ਦੀ ਗੱਲ ਉਹਨਾਂ ਨੇ ਕਹੀ ਕਿ ਇਹਨਾਂ ਦੇ ਨਾਨਕੇ ਜਿਹੜੇ ਨੇ ਆਪ ਉਹ ਕਲੇਮ ਕਰਦੇ ਨੇ ਕਿ ਮੇਰੇ ਪੰਜਾਬ ਨਾਨਕੇ ਨੇ ਤੇ ਇਸ ਕਰਕੇ ਅੱਧੇ ਪੰਜਾਬੀ ਨੇ ਤੇ ਇਹ ਪੰਜਾਬ ਤੋਂ ਇਲੈਕਸ਼ਨ ਲੜਨਗੇ, ਇਹ ਉਹ ਕਹਿ ਰਹੇ ਨੇ। ਦੂਜੇ ਪਾਸੇ ਆਮ ਆਦਮੀ ਪਾਰਟੀ ਨੂੰ ਇਹ ਕਿਹਾ ਗਿਆ ਤੁਸੀਂ ਵਿਰੋਧ ਕਰੋ ਤੇ ਵਿਰੋਧ ਹੋ ਰਿਹਾ ਹੈ। ਅੱਜ ਮੈਂ ਦੇਖ ਰਿਹਾ ਸੀ ਉਹ ਕਹਿੰਦੇ ਬੀਜੇਪੀ ਝੂਠ ਫੈਲਾ ਰਹੀ ਹੈ, ਝੂਠ ਬੋਲ ਰਹੀ ਹੈ ਕਿਉਂਕਿ ਉਹ ਰਾਘਵ ਚੱਡਾ ਨੂੰ ਡਿਸਕੁਆਲੀਫਾਈ ਕਰਨਾ ਚਾਹੁੰਦੀ ਹੈ, ਇਹ ਕਿਹਾ। ਲੇਕਿਨ ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰੀਵੰਸ਼ ਨੇ ਜਿਹੜੇ ਜਾਂਚ ਦੇ ਆਦੇਸ਼ ਦਿੱਤੇ ਨੇ, ਉਹਦਾ ਹੁਣ ਫੈਸਲਾ ਤਾਂ ਉਹਨੇ ਕਰਨਾ ਹੈ। ਸੋ ਪਿਆਰੇ ਦਰਸ਼ਕੋ, ਖਬਰਾਂ ਦਾ ਸਿਲਸਿਲਾ ਆਪਾਂ ਅੱਗੇ ਵਧਾਵਾਂਗੇ। ਅਗਲੇ ਹਿੱਸੇ 'ਚ ਵੀ ਕੁਝ ਖਬਰਾਂ ਲੈ ਕੇ ਜਾਵਾਂਗੇ। ਇੱਥੇ ਮੈਂ ਤੁਹਾਨੂੰ ਇਹ ਜ਼ਰੂਰ ਦੱਸਣਾ ਚਾਹੁੰਦਾ ਹੈ ਕਿ ਚੜ੍ਹਦੀ ਕਲਾ ਟਾਈਮ ਟੀਵੀ ਲਗਾਤਾਰ ਜਿਹੜਾ ਹੈ, ਕਿਉਂਕਿ ਤੁਹਾਡਾ ਸਹਿਯੋਗ ਹੈ ਸਾਨੂੰ, ਬੰਗਲਾ ਸਾਹਿਬ ਦੀ ਕਥਾ ਕੀਰਤਨ ਤੋਂ ਬਾਅਦ ਜਦੋਂ ਹੁਣ ਤੁਸੀਂ ਇਹ ਪ੍ਰੋਗਰਾਮ ਦੇਖਦੇ ਹੋ ਜਾਂ ਪਟਨਾ ਸਾਹਿਬ ਤੋਂ ਜਾਂ ਹੋਰ ਪ੍ਰੋਗਰਾਮ ਸਾਡੇ ਲੋਕ ਪਸੰਦ ਕਰਦੇ ਨੇ, ਤਾਂ ਇਸ ਕਰਕੇ ਸਾਨੂੰ ਹੌਸਲਾ ਮਿਲਦਾ ਤੇ ਅਸੀਂ ਵੀ ਜਿਹੜਾ ਹੈ ਇਸ ਨੂੰ ਹੋਰ ਐਕਸਪੈਂਡ ਕਰ ਰਹੇ ਹਾਂ। ਪਿਛਲੇ ਮਹੀਨੇ ਫ੍ਰਿਜ਼ਨੋ ਅਮਰੀਕਾ ਦੇ ਵਿੱਚ ਦਫ਼ਤਰ ਜਿਹੜਾ ਹੈ ਤੇ ਸਟੂਡੀਓ ਖੋਲ੍ਹਿਆ ਗਿਆ ਸੀ ਤੇ ਕੱਲ ਯਾਨੀ ਪਿਛਲੇ ਦਿਨ ਮੈਂ ਗਿਆ ਸੀ ਐਡਮਿੰਟਨ, ਬੁਲਾਇਆ ਗਿਆ ਸੀ। ਉੱਥੇ ਜਿਹੜੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਵਾਈਸ ਚੇਅਰਮੈਨ ਸਰਦਾਰ ਹਰਪ੍ਰੀਤ ਸਿੰਘ ਦਰਦੀ ਉਹ ਦੇਖ ਰਹੇ ਸੀ। ਉੱਥੇ ਇੱਕ ਆਫਿਸ ਤੇ ਸਟੂਡੀਓ ਬਣਾਇਆ ਚੜ੍ਹਦੀ ਕਲਾ ਨੇ ਆਪਣਾ, ਔਰ ਉਸ ਸਟੂਡੀਓ ਦੇ ਵਿੱਚ ਹੁਣ
ਅਸੀਂ ਕੈਨੇਡਾ, ਖਾਸ ਤੌਰ 'ਤੇ ਅਲਬਰਟਾ, ਜਿਸ 'ਚ ਕੈਲਗਰੀ ਔਰ ਐਡਮਿੰਟਨ, ਇੱਥੋਂ ਦੇ ਪ੍ਰੋਗਰਾਮ ਉਹਨਾਂ ਨੂੰ ਦੇਖਿਆ ਕਰਾਂਗੇ। ਅਤੇ ਆਲਰੇਡੀ ਇੱਕ ਚੱਲ ਰਿਹਾ ਹੈ ਵੈਨਕੂਵਰ ਦੇ ਵਿੱਚ, ਅਤੇ ਹੌਲੀ ਹੌਲੀ ਅਸੀਂ ਸਾਰਾ ਕੈਨੇਡਾ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਕੱਲ੍ਹ ਅਸੀਂ ਐਡਮਿੰਟਨ ਇਹ ਜਿਹੜਾ ਹੈ ਸਟੂਡੀਓ ਦਾ ਉਦਘਾਟਨ ਕੀਤਾ, ਔਰ ਉੱਥੇ ਜਿਹੜੀ ਸੰਗਤ ਜੁੜੀ ਸੀ ਉਹਨਾਂ ਨਾਲ ਕਾਫੀ ਗੱਲਾਂ ਸਾਂਝੀਆਂ ਹੋਈਆਂ ਨੇ, ਅਤੇ ਕੋਸ਼ਿਸ਼ ਕਰਦੇ ਹਾਂ, ਫੀਡਬੈਕ ਵੀ ਲਈ ਹੈ ਕਿ ਅਸੀਂ ਅੱਗੇ ਵਧੀਏ। ਹੋਰ ਖਬਰਾਂ ਦੇ ਵਿੱਚੋਂ ਇੱਕ ਖਬਰ ਇਹ ਵੀ ਲੈਣੀ ਹੈ। ਅਧਿਆਪਕ ਇਹ ਕਹਿੰਦੇ ਨੇ ਕਿ ਸਰਕਾਰ ਝੂਠ ਬੋਲ ਰਹੀ ਹੈ। ਅਧਿਆਪਕ ਇਹ ਕਹਿ ਰਹੇ ਨੇ ਕਿ 12,710, ਕਿਉਂਕਿ ਸਰਕਾਰ ਨੇ ਦਾਅਵਾ ਕੀਤਾ ਇਸ਼ਤਿਹਾਰਾਂ ਰਾਹੀਂ ਕਿ ਜੀ ਅਸੀਂ ਪੱਕੇ ਕਰਤੇ। ਉਹ ਕਹਿੰਦੇ ਜੀ ਦੱਸੋ ਕਿੱਥੇ ਪੱਕੇ ਕੀਤੇ ਨੇ, ਕਿੱਥੇ ਆ ਸਾਡੀ ਪੈਨਸ਼ਨ ਸਕੀਮ, ਕਿੱਥੇ ਆ ਸਰਵਿਸ ਰੂਲ, ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ। ਉਹ ਆਪਾਂ ਅਗਲੇ ਹਿੱਸੇ 'ਚ ਪੂਰੀ ਖਬਰ ਲੈਂਦੇ ਹਾਂ। ਫਿਰ ਨਾਲ ਆਪਾਂ ਜਿਹੜਾ ਪੰਜਾਬ ਬੰਦ, ਮਣੀਪੁਰ ਦੇ ਇਸ਼ੂ ਨੂੰ ਲੈ ਕੇ ਈਸਾਈ ਅਤੇ ਜਥੇਬੰਦੀਆਂ ਜਿਨ੍ਹਾਂ ਦੀ ਸਪੋਰਟ ਕੁਛ ਖੱਬੇ ਪੱਖੀ ਜਥੇਬੰਦੀਆਂ ਨੇ ਕੀਤੀ ਸੀ, ਉਹਨਾਂ ਦੀ ਗੱਲ ਕਰਾਂਗੇ ਅਗਲੇ ਹਿੱਸੇ ਦੇ ਵਿੱਚ। ਅਤੇ ਨਾਲੇ ਆਪਾਂ ਇਹ ਵੀ ਗੱਲ ਕਰਨੀ ਹੈ ਕਿ ਇਸ ਜਿਹੜਾ ਬੰਦ ਹੋਇਆ ਹੈ, ਇਹਦੇ ਥੋੜ੍ਹੇ ਜਿਹੇ ਕਿਤੇ ਕਿਤੇ ਹਿੰਸਾ, ਮਾਮੂਲੀ ਝੜਪਾਂ, ਜਿਵੇਂ ਕੋਟ ਈਸੇ ਖਾਂ ਦੇ ਵਿੱਚ ਇੱਕ ਦੁਕਾਨ ਬੰਦ ਕਰਾਉਣ ਲੱਗੇ ਗੋਲੀ ਚੱਲ ਗਈ ਸੀ, ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਿਨਾਂ ਅਦਰਵਾਈਜ਼ ਤਕਰੀਬਨ ਸ਼ਾਂਤੀ ਰਹੀ ਹੈ। ਇੱਕ ਕੁਲਦੀਪ ਸਿੰਘ ਧਾਲੀਵਾਲ ਦੀ ਖਬਰ ਲਵਾਂਗੇ, ਜਿਹੜੇ NRI ਮਿਨਿਸਟਰ ਨੇ। ਉਹ ਕਹਿੰਦੇ ਬੜੀ 10 ਸਤੰਬਰ ਤੱਕ ਅਸੀਂ ਜਿਹੜੀ ਇਮੀਗ੍ਰੇਸ਼ਨ ਹੋ ਰਹੀ ਹੈ ਗਲਤ, ਨਜਾਇਜ਼, ਗੈਰ ਕਾਨੂੰਨੀ ਜਿਹੜੇ ਕਾਰੋਬਾਰ ਕਰ ਰਹੇ ਨੇ ਉਹਨਾਂ 'ਤੇ ਸਕੰਜਾ ਕੱਸਾਂਗੇ। ਇਹਦੀ ਵੀ ਗੱਲ ਕਰਨੀ ਹੈ। ਜਿਹੜੀ ਲੰਗਰ ਦਾ ਘਪਲਾ ਹੋਇਆ ਸੀ ਹਰਿਮੰਦਰ ਸਾਹਿਬ 'ਚ, ਸੁੱਕੇ ਪ੍ਰਸ਼ਾਦਿਆਂ ਦਾ, ਜੋ ਜੂਠੇ ਪ੍ਰਸ਼ਾਦਿਆਂ ਦਾ 1 ਕਰੋੜ ਦਾ ਘਪਲਾ ਸੀ। 51 ਬੰਦੇ ਉਦੋਂ ਮੁਅੱਤਲ ਕੀਤੇ ਸੀ, ਉਹਦੇ 'ਚੋਂ 23 ਬਹਾਲ ਕਰਤੇ ਨੇ। ਗੁਰਚਰਨ ਸਿੰਘ ਗਰੇਵਾਲ ਜਨਰਲ ਸਕੱਤਰ ਸਾਹਿਬ ਦੀ ਅਗਵਾਈ 'ਚ ਕਮੇਟੀ ਬਣੀ ਸੀ, ਜਾਂਚ ਕਮੇਟੀ। 23 ਨੂੰ ਉਹਨਾਂ ਦੀਆਂ ਸਭਾਵਾਂ ਬਹਾਲ ਕੀਤੀਆਂ ਨੇ, ਇਹ ਵੀ ਗੱਲ ਕਰਾਂਗੇ। ਅਰਵਿੰਦ ਕੇਜਰੀਵਾਲ ਦੀ ਇੱਕ ਚਿੱਠੀ ਦਾ ਜ਼ਿਕਰ ਕਰਾਂਗੇ, ਜਿਹਦੇ ਵਿੱਚ ਕਾਂਗਰਸ ਨੂੰ ਚਿੱਠੀ ਲਿਖ ਕੇ ਉਹਨਾਂ ਨੇ ਧੰਨਵਾਦ ਕੀਤਾ। ਅਤੇ ਜਥੇਦਾਰ ਰਘਵੀਰ ਸਿੰਘ ਫਿਰ ਨਹੀਂ ਆਏ, ਭਾਈ ਮੰਡ ਉਡੀਕਦੇ ਰਹੇ, ਉਹਦਾ ਵੀ ਜ਼ਿਕਰ ਕਰਾਂਗੇ। ਧਿਆਨ ਸਿੰਘ ਮੰਡ ਹੋਰੀ ਤੀਜੀ ਵਾਰ ਬੈਠੇ ਰਹੇ, ਨਹੀਂ ਆਏ। ਅਤੇ ਨਾਲ ਆਪਾਂ ਰਾਜਸਥਾਨ ਦੇ ਵਿੱਚ ਰਾਹੁਲ ਗਾਂਧੀ ਦੀ ਵੀ ਗੱਲ ਕਰਨੀ ਹੈ ਕਿ ਉਹਨਾਂ ਨੇ ਉੱਥੇ ਜਿਹੜਾ ਹੈ ਜਾ ਕੇ ਕੀ ਕਿਹਾ। ਇੱਕ ਬੜੀ ਦਿਲਚਸਪ ਖਬਰ ਜਿਹੜੀ ਬਣਾਈ ਆਮ ਆਦਮੀ ਪਾਰਟੀ ਦੇ ਮੈਂਬਰ ਰਾਜ ਸਭਾ ਨੇ, ਜਿਹਦਾ ਵਿਰੋਧ ਵੀ ਕੀਤਾ ਜਗਦੀਸ਼ ਧਨਖੜ ਚੇਅਰਮੈਨ ਸਾਹਿਬ ਨੇ। ਉਹ ਟਮਾਟਰਾਂ ਦੀ ਮਾਲਾ ਪਾ ਕੇ, ਉਹ ਕਹਿੰਦੇ ਟਮਾਟਰ ਖਾਧੇ ਤਾਂ ਜਾ ਨਹੀਂ ਸਕਦੇ, ਇਹ ਹੁਣ ਇੰਨੇ ਮਹਿੰਗੇ ਹੋ ਗਏ ਕਿ ਇਹਨਾਂ ਦੀ ਗਹਿਣੇ ਬਣਾ ਕੇ ਪਾਇਆ ਜਾ ਸਕਦਾ ਹੈ। ਫਿਰ ਇੱਕ ਖਬਰ ਆਪਾਂ ਗੁਰਦਾਸਪੁਰ ਦੇ ਪਿੰਡ ਖਤਰਾਏ ਕਲਾਂ ਦੀ ਲਵਾਂਗੇ, ਜਿੱਥੇ ਇੱਕ ਮੈਚ ਦੇ ਦੌਰਾਨ ਇੱਕ ਨੈਸ਼ਨਲ ਲੈਵਲ ਦਾ ਕਬੱਡੀ ਪਲੇਅਰ ਰੇਡ ਕਰਦਾ ਉਹਦੀ ਮੌਤ ਹੋ ਗਈ। ਆਨੰਦ ਹੈ ਮੈਰਿਜ ਐਕਟ ਉੱਤਰਾਖੰਡ 'ਚ ਵੀ ਲਾਗੂ ਹੋ ਗਿਆ, 10ਵਾਂ ਸੂਬਾ ਬਣ ਗਿਆ, ਇਹਦਾ ਵੀ ਜ਼ਿਕਰ ਕਰਨਾ ਹੈ। ਸੁਨੀਲ ਜਾਖੜ ਦੀ ਵੀ ਇੱਕ ਖਬਰ ਲਵਾਂਗੇ। ਇੱਕ ਚੰਗੀ ਖਬਰ ਹੈ, ਹਾਕੀ ਦੇ ਵਿੱਚ ਆਮ ਤੌਰ 'ਤੇ ਜਿਹੜੇ ਪੁਰਾਣੇ ਲੋਕ ਜਾਣਦੇ ਨੇ, ਪਾਕਿਸਤਾਨ ਨਾਲ ਜਦੋਂ ਮੈਚ ਹੁੰਦਾ ਸੀ ਬੜੀ ਦਿਲਚਸਪੀ ਹੁੰਦੀ ਸੀ। ਕੱਲ੍ਹ ਵੀ ਮੈਚ ਹੋਇਆ ਅਤੇ ਏਸ਼ੀਆਈ ਚੈਂਪੀਅਨ ਟਰਾਫੀ ਦੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ 4-0 ਨਾਲ ਹਰਾਇਆ, ਇਹਦਾ ਵੀ ਜ਼ਿਕਰ ਕਰਾਂਗੇ। ਅਤੇ ਕੈਨੇਡਾ ਦੇ ਵਿੱਚ ਪਤਾ ਨਹੀਂ ਕੀ ਹੋ ਰਿਹਾ, ਜਿਹੜੇ ਬੱਚੇ ਆਉਂਦੇ ਨੇ ਜਾਂ ਤਾਂ ਉਹ ਬਿਮਾਰੀ ਨਾਲ ਤੁਰ ਜਾਂਦੇ ਨੇ ਇਸ ਦੁਨੀਆ ਤੋਂ। ਨੌਜਵਾਨ ਬੱਚੇ, ਕੱਲ੍ਹ ਇੱਕ ਕੁੜੀ ਦੀ ਮੌਤ ਹੋਈ, ਦਿਲ ਦਾ ਦੌਰਾ ਪਿਆ। ਫਿਰ ਇੱਕ ਬਿਮਾਰ ਨਾਲ ਬੰਦਾ ਗਿਆ ਹੁਸ਼ਿਆਰਪੁਰ ਦਾ, ਇੱਕ ਬੰਦਾ, ਇਹ ਆਈ ਵਾਰ ਕਹਿੰਦੇ ਆ ਕਿ ਮੁੰਡੇ ਬਚ ਕੇ ਰਹਿਣ, ਝੀਲ 'ਚ ਡੁੱਬ ਕੇ ਮਰ ਗਿਆ। ਪੱਕਾ ਹੋਇਆ ਸੀ, ਇਸ ਖੁਸ਼ੀ 'ਚ ਗਿਆ ਸੀ ਕਿ ਮੈਨੂੰ PR ਮਿਲ ਗਈ ਹੈ, ਅਤੇ ਪਰ ਉਹ ਪਾਣੀ 'ਚ ਡੁੱਬ ਕੇ ਉਹਦੀ ਮੌਤ ਹੋ ਗਈ। ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਅਕਸਰ ਹੁੰਦੀਆਂ ਨੇ। ਹੜ੍ਹਾਂ ਦੀਆਂ ਜਿਹੜੀਆਂ ਟੀਮ, ਜਿਹੜੀ ਕੇਂਦਰੀ ਟੀਮ ਦਾ ਦੌਰਾ ਕਰ ਰਹੀ ਹੈ, ਉਹਦੀਆਂ ਖਬਰਾਂ ਦੀ ਵੀ ਗੱਲ ਕਰਾਂਗੇ। ਹੋਰ ਬਹੁਤ ਸਾਰੀਆਂ ਖਬਰਾਂ, ਜਿੰਨਾ ਕੁ ਵਕਤ ਮਿਲਿਆ ਆਪਾਂ ਅਗਲੇ ਹਿੱਸੇ 'ਚ ਉਹਨਾਂ ਦਾ ਜ਼ਿਕਰ ਕਰਨਾ ਹੈ। ਪਿਆਰੇ ਦਰਸ਼ਕੋ, ਪਿਛਲੇ ਦਿਨੀਂ ਮਾਨ ਸਾਹਿਬ ਨੇ ਇਹ ਕਿਹਾ ਸੀ
ਕਿ ਪੰਜਾਬ ਦੇ ਵਿੱਚ 12,700 ਅਧਿਆਪਕ ਅਸੀਂ ਪੱਕੇ ਕਰਦੇ। ਅਸਲ ਦੇ ਵਿੱਚ ਇਹ ਜਿਹੜੇ ਉਹ ਅਧਿਆਪਕ ਪੱਕੇ ਕਰਨ ਦਾ ਦਾਅਵਾ ਸਰਕਾਰ ਕਰ ਰਹੀ ਹੈ, ਕੁਝ ਅਧਿਆਪਕ ਜਥੇਬੰਦੀਆਂ ਇਸ ਦਾਅਵੇ ਨੂੰ ਧੋਖਾ ਦੱਸ ਰਹੀਆਂ ਨੇ। ਉਹ ਕਹਿ ਰਹੀਆਂ ਨੇ ਨਹੀਂ ਪੱਕੇ ਕੀਤਾ। ਤੇ ਅੱਜ ਇਹ ਗੱਲ ਕਿਉਂ ਦੁਬਾਰਾ ਕਰ ਰਹੇ ਹਾਂ ਕਿ ਕੁਝ ਇਸ਼ਤਿਹਾਰ ਦੇ ਕੇ ਸਰਕਾਰ ਨੇ ਇਹ ਦਾਅਵਾ ਕੀਤਾ ਕਿ ਅਸੀਂ ਇੰਨੇ ਅਧਿਆਪਕ ਪੱਕੇ ਕਰ ਲਏ। ਮੈਨੂੰ ਕੁਝ ਅਧਿਆਪਕ ਜਥੇਬੰਦੀਆਂ ਦੇ ਲੀਡਰਾਂ ਦਾ ਫੋਨ ਆਇਆ ਕਿ ਜੀ ਸਾਡੀ ਗੱਲ ਵੀ ਤਾਂ ਕਰੋ, ਤੁਸੀਂ ਸਰਕਾਰ ਦੀ ਕਰ ਦਿਓ। ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਇੰਨੇ ਅਧਿਆਪਕ ਪੱਕੇ ਕਰਤੇ। ਦੇਖੋ, ਜੇ ਤਾਂ ਆਪਾਂ ਬਿਲਕੁਲ ਰੈਸ਼ਨਲ ਹੋ ਕੇ ਸੋਚੀਏ, ਇਹਨਾਂ ਦੀਆਂ ਤਨਖਾਹਾਂ ਤਾਂ ਮੇਰਾ ਖਿਆਲ ਹੈ 3 ਗੁਣਾ ਤੱਕ ਵਧਾ ਦਿੱਤੀਆਂ ਗਈਆਂ। ਇਹਦੇ ਵਿੱਚ ਕੋਈ ਦੋ ਰਾਵਾ ਨਹੀਂ ਕਿ ਸਰਕਾਰ ਨੇ ਤਨਖਾਹਾਂ ਵਧਾਤੀਆਂ ਤੇ ਇਹ ਕਹਿਤਾ ਕਿ ਤੁਹਾਨੂੰ ਕੋਈ 58 ਸਾਲ ਤੱਕ ਨਹੀਂ ਛੇੜੂ। ਇਹ ਤਾਂ ਹੋ ਗਈ ਗੱਲ ਸਰਕਾਰੀ ਪੱਖ। ਸਰਕਾਰ ਵੱਲੋਂ ਜਿਹੜਾ ਕਿਹਾ ਜਾ ਰਿਹਾ ਸੀ ਪੱਕੇ ਕਰਤੇ, ਉਹ ਇਹ ਹੈ। ਤੇ ਨਾਲ ਸਰਕਾਰ ਨੇ ਇੱਕ ਗੱਲ ਹੋਰ ਵੀ ਕਹੀ, ਜਦੋਂ ਜਿਨ੍ਹਾਂ ਦੀਆਂ ਤਨਖਾਹਾਂ ਵਧਾਈਆਂ, ਕਿ ਤੁਸੀਂ ਅਦਾਲਤ 'ਚ ਨਹੀਂ ਜਾ ਸਕਦੇ। ਇਹ ਜਿਹੜਾ ਥੋੜ੍ਹਾ ਵਾਧਾ ਕੀਤਾ ਹੈ, ਜੇ ਤੁਹਾਨੂੰ ਚਾਹੀਦਾ ਤਾਂ ਆਹੀ ਤੁਹਾਨੂੰ ਸਹੂਲਤਾਂ ਨੇ। ਆਹ ਤਨਖਾਹ ਵਧਾਤੀ, ਛੁੱਟੀ ਤੁਸੀਂ ਲੈ ਸਕਦੇ ਹੋ, ਮੈਟਰਨਿਟੀ ਲੀਵ ਮਿਲੂਗੀ, ਇਸ ਕਿਸਮ ਦੀਆਂ ਗੱਲਾਂ ਲੈ ਕੇ ਐਫੀਡੇਵਿਟ ਲੈ ਲਿਆ ਕਿ ਤੁਸੀਂ ਅਦਾਲਤ 'ਚ ਨਹੀਂ ਜਾਓਗੇ। ਦੂਜੇ ਪਾਸੇ ਜਿਹੜੇ ਸੰਗਰੂਰ ਬੈਠੇ ਨੇ, ਜਿਹੜੇ ਖਰਾਣਾ ਟੈਂਕੀ ਤੇ ਚੜ੍ਹੇ ਬੈਠੇ ਨੇ ਪਿੰਡ ਦੀ, ਤੇ ਉਹ ਜਥੇਬੰਦੀਆਂ ਕਹਿੰਦੀਆਂ ਜੀ ਇਹ ਸਾਡੇ ਨਾਲ ਧੱਕਾ ਹੈ, ਧੋਖਾ ਹੈ। ਉਹ ਇਹ ਕਹਿ ਰਹੇ ਨੇ ਕਿ ਜੀ ਸਰਵਿਸ ਰੂਲ ਦਿਖਾਓ, ਸਾਡੇ ਕਿਹੜੇ ਸਰਵਿਸ ਰੂਲ ਦੇ ਮੁਤਾਬਕ। ਇਸੇ ਕਰਕੇ ਉਹਨਾਂ ਨੇ ਅਪਾਇੰਟਮੈਂਟ ਲੈਟਰ ਪਾੜੇ ਸੀ। ਉਹ ਕਹਿੰਦੇ ਜੀ ਪੈਨਸ਼ਨ ਸਕੀਮ ਕਿਹੜੀ ਲਾਗੂ ਕੀਤੀ ਹੈ, ਇਹ ਦੱਸੋ। ਇਹ ਜੇ ਕੋਈ ਬੰਦੇ ਦੀ ਡੈਥ ਹੋ ਜਾਂਦੀ ਹੈ, ਉਦੋਂ ਬਾਅਦ ਕੀ ਹੈ ਸਕੀਮ ਸਰਕਾਰ ਕੋਲ, ਕੀ ਰੂਲ ਨੇ, ਕੀ ਨਿਯਮ ਨੇ, ਇਸ ਕਿਸਮ ਦੇ ਸਵਾਲ ਉਹ ਖੜੇ ਕਰਦੇ ਨੇ। ਹੁਣ ਇਹ ਫੈਸਲਾ ਲੋਕਾਂ ਨੇ ਕਰਨਾ ਹੈ ਕਿ ਸਰਕਾਰ ਨੇ ਜੋ ਕੀਤਾ ਉਹਨੂੰ ਪੱਕਾ ਸਮਝਣਾ ਜਾਂ ਨਹੀਂ ਸਮਝਣਾ। ਪਰ ਗੱਲ ਇਹ ਹੈ, ਸਰਕਾਰ ਨੇ ਪਾਰਸ਼ਲੀ ਤਨਖਾਹਾਂ ਜ਼ਰੂਰ ਵਧਾਤੀਆਂ, 5% ਇਨਕਰੀਜ਼ ਕਰਨ ਦੀ ਗੱਲ ਕਰਤੀ। ਇਹ ਸਰਕਾਰ ਦਾ ਦਾਅਵਾ ਹੈ। ਉਹ ਕਹਿੰਦੇ ਸਾਨੂੰ ਬਾਕੀ ਜਿਸ ਤਰ੍ਹਾਂ ਹੋਰ ਮੁਲਾਜ਼ਮ ਪੱਕੇ ਹੁੰਦੇ ਨੇ ਉਸ ਤਰ੍ਹਾਂ ਕਿਉਂ ਨਹੀਂ ਪੱਕਾ ਕੀਤਾ ਗਿਆ, ਇਹ ਮਸਲਾ। ਹੁਣ ਆਪਾਂ ਗੱਲ ਕਰੀਏ ਮਣੀਪੁਰ ਦਾ ਇਸ਼ੂ, ਇਸ ਕਰਕੇ ਵੱਡਾ ਇਸ਼ੂ ਹੈ। ਮਣੀਪੁਰ ਦੀ ਗੱਲ ਜਿਹੜੀ ਆ ਉਹ ਲਗਾਤਾਰ ਚੱਲ ਰਹੀ ਹੈ, ਸੰਸਦ ਤੋਂ ਸੜਕ ਤੱਕ ਹੈ ਹੁਣ ਤਾਂ ਇਹ ਗੱਲ। ਹੁਣ ਦੇਖੋ ਮਣੀਪੁਰ 'ਚ ਹੋ ਰਿਹਾ, ਲੇਕਿਨ ਮਣੀਪੁਰ ਦੇ ਵਿੱਚ ਵਿਕਟਮ ਕੌਣ ਹੈ? ਉੱਥੇ ਵਿਕਟਮ ਜਿਹੜੇ ਆ, ਘੱਟ ਗਿਣਤੀਆਂ ਹੁੰਦੀਆਂ ਨੇ ਹਮੇਸ਼ਾ ਵਿਕਟਮ, ਉੱਥੇ ਘੱਟ ਗਿਣਤੀ 'ਚ ਈਸਾਈ ਨੇ। ਉੱਥੇ ਤਾਂ ਹੈਰਾਨੀ ਦੀ ਗੱਲ ਹੈ ਕਿ ਜੇ ਨੋ ਦੇ ਵਿੱਚ, ਇਹ ਹਰਿਆਣੇ ਦੇ ਵਿੱਚ ਮੁਸਲਮਾਨ ਨੇ ਮੇਵਾਤ ਦੇ ਵਿੱਚ, ਭਾਵੇਂ ਕਿ ਉਹ ਬਹੁ ਗਿਣਤੀ 'ਚ ਨੇ ਉੱਥੇ, ਲੇਕਿਨ ਦੇਸ਼ ਦੇ ਵਿੱਚ ਘੱਟ ਗਿਣਤੀ 'ਚ ਨੇ। ਤੇ ਉਸੇ ਤਰੀਕੇ ਨਾਲ ਉੱਥੇ ਜਿਹੜੇ ਮਣੀਪੁਰ ਹੈ ਉਹਦੇ ਵਿੱਚ 2 ਹਿੱਸੇ, ਜਿਹਨੂੰ ਅੱਜ ਕਹਿ ਰਹੇ ਸੀ ਰਾਹੁਲ ਗਾਂਧੀ ਕਿ 2 ਹਿੱਸਿਆਂ 'ਚ ਵੰਡਿਆ ਗਿਆ। ਇੱਕ ਆਦੀਵਾਸੀਆਂ ਦਾ, ਪਹਾੜਾਂ ਦਾ, ਜੰਗਲਾਂ ਦਾ, ਜਿਹਦੇ 'ਚ ਕੁਕੀ ਤੇ ਨਾਗੇ ਰਹਿੰਦੇ ਨੇ, ਜਿਹੜੇ ਕਿ ਈਸਾਈ ਨੇ, ਜਿਹੜੇ 18-20% ਨੇ। ਦੂਜੇ ਪਾਸੇ ਜਿਹੜੇ ਬੈਤਈ ਨੇ ਉਹ 53% ਨੇ। ਸੋ ਇਹਦੇ ਵਿੱਚ ਬਾਕੀ ਮੁਸਲਮਾਨ ਵੀ ਉੱਥੇ ਹੈ। ਹੁਣ ਈਸਾਈਆਂ ਤੇ ਬੈਤਈ ਦੇ ਵਿੱਚ ਅਸਲ ਹੋਇਆ ਤਾਂ ਵੰਡ ਜਿਹੜੀ ਇਸ ਤਰ੍ਹਾਂ ਹੀ ਅਕਸਰ ਹੁੰਦੀ ਹੈ। ਭਾਰਤੀ ਜਨਤਾ ਪਾਰਟੀ ਤੇ ਇਸੇ ਕਿਸਮ ਦੇ ਇਲਜ਼ਾਮ ਲੱਗਦੇ ਨੇ ਕਿ ਉਹ ਜਾਤ ਤੇ ਧਰਮ ਦੇ ਨਾਂ ਤੇ ਵੰਡਦੀ ਹੈ ਲੋਕਾਂ ਨੂੰ, ਜਿਹੜੇ ਅੱਜ ਵੀ ਲੋਕ ਸਭਾ 'ਚ ਲੱਗੇ ਨੇ। ਖੈਰ, ਉੱਥੇ ਉਸ ਨੂੰ ਲੈ ਕੇ ਪੰਜਾਬ ਦੀਆਂ ਜਿਹੜੀਆਂ ਈਸਾਈ ਜਥੇਬੰਦੀਆਂ ਸੀ, ਉਹਨਾਂ ਵੱਲੋਂ ਜਿਹੜੀ ਉੱਥੇ ਹਿੰਸਾ ਹੋਈ ਹੈ ਉਹਦਾ ਵਿਰੋਧ ਹੋਇਆ। ਉਸ ਦੇ ਵਿੱਚ ਉਹਦਾ ਸਾਥ ਬੰਦ ਦਾ BSP ਨੇ ਦਿੱਤਾ, ਬਹੁਜਨ ਸਮਾਜ ਪਾਰਟੀ ਨੇ, ਜਿਹਨੂੰ CCC ਕਹਿ ਦਿੰਦੇ ਆ, ਕਮਿਊਨਿਸਟ ਕੋਆਰਡੀਨੇਸ਼ਨ ਕਮੇਟੀ, ਜਿਹਦੇ 'ਚ RMP ਰੈਵੋਲੂਸ਼ਨਰੀ ਮਾਰਕਸਿਸਟ ਪਾਰਟੀ ਹੈ, ਜਾਂ ਮਾਰਕਸਿਸਟ ਪਾਰਟੀ ਆਫ ਇੰਡੀਆ RMP ਹੈ। ਸਕੂਲ ਜਿਹੜੇ ਨੇ ਉਹ ਸਰਕਾਰ ਨੇ ਕਹਿਤਾ ਜੀ ਬੰਦ ਰਹਿਣ, ਕਿਉਂਕਿ ਕ੍ਰਿਸਚਨ ਦੇ ਸਕੂਲ ਤਾਂ ਵੈਸੇ ਹੀ ਬੰਦ ਰਹਿਣੇ ਸੀ। ਸੋ ਇਹ ਜਿਹੜਾ ਪੰਜਾਬ ਕ੍ਰਿਸਚਨ ਮੂਵਮੈਂਟ ਦਾ ਪ੍ਰੈਜ਼ੀਡੈਂਟ ਹੈ ਹਿੰਮਤ ਮਸੀਹ,
ਉਹ ਦੀ ਅਗਵਾਈ। ਪਰ ਇਹ ਸਾਰਾ ਕੁਝ ਉਨਾ ਸ਼ਾਂਤ ਨਹੀਂ ਜਿੰਨਾ ਕੁ ਆਪਾਂ ਦੇਖਦੇ ਹਾਂ ਮੋਗਾ ਦੇ ਨੇੜੇ ਜਿਹੜਾ ਹੈ ਉੱਥੇ ਜਿਸ ਤਰੀਕੇ ਨਾਲ ਘਟਨਾ ਵਾਪਰੀ, ਗੋਲੀ ਚੱਲੀ ਇੱਕ ਦੁਕਾਨ ਬੰਦ ਕਰਾਉਣ ਦੇ ਚੱਕਰ ਦੇ ਵਿੱਚ, ਉਹ ਤੋਂ ਬਿਨਾਂ ਮੋਰ ਔਰ ਲੈਸ ਜਿਹਨੂੰ ਅਸੀਂ ਇਹ ਕਹਿ ਦਿੰਦੇ ਹਾਂ ਕਿ ਮੋਰ ਔਰ ਲੈਸ ਇਹ ਠੀਕ ਰਿਹਾ ਮਾਝੇ ਦੇ ਵਿੱਚ ਤੇ ਦੁਆਬੇ ਦੇ ਵਿੱਚ, ਕਿਉਂਕਿ ਬੀਐਸਪੀ ਨਾਲ ਸੀ। ਮਾਝੇ ਦੇ ਵਿੱਚ ਅਸਾਈਆਂ ਦੀ ਗਿਣਤੀ ਹੁਣ ਨਵੇਂ ਵੀ ਕਨਵਰਟ ਹੋਏ ਨੇ, ਦੁਆਬੇ 'ਚ ਬੀਐਸਪੀ ਦਾ ਜ਼ੋਰ ਹੋਣ ਕਰਕੇ ਉੱਥੇ ਅਸਰ ਜ਼ਿਆਦਾ ਰਿਹਾ ਬੰਦ ਦਾ। ਬਸ ਆਹ ਕੋਟ ਹੀ ਸਿੱਖਾਂ ਦੀ ਜਿਹੜੀ ਖਬਰ ਹੈ, ਇਸ ਤੋਂ ਇਲਾਵਾ ਮੋਰਲੈਸ ਸ਼ਾਂਤੀ ਜਿਹੜੀ ਹੈ ਉਹ ਰਹੀ। ਇੱਕ ਜਿਹੜੀ ਖਬਰ ਆਪਾਂ ਅੱਗੇ ਲਈਏ, ਧਾਲੀਵਾਲ ਸਾਹਿਬ ਇਮੀਗ੍ਰੇਸ਼ਨ ਤੇ ਐਨਆਰਆਈ ਦੇ ਮੰਤਰੀ ਨੇ ਸਾਡੇ, ਉਹ ਇਹ ਕਹਿੰਦੇ ਨੇ ਕਿ 7179 ਏਜੰਟਾਂ ਤੇ ਏਜੰਸੀਆਂ ਜਿਹੜੇ ਨੇ ਉਹਨਾਂ ਦੇ ਜਿਹੜੇ ਦਫ਼ਤਰ ਸੀ 3547, ਉਹਨਾਂ ਦੀ ਕੀਤੀ ਹੈ ਚੈਕਿੰਗ। ਜਿਹੜੀਆਂ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਬਾਹਰ ਭੇਜਣ ਵਾਲੀਆਂ ਏਜੰਸੀਆਂ ਨੇ ਉਹਨਾਂ ਦੀ ਜਿਹੜੀ ਹੈ ਜਾਂਚ ਕੀਤੀ ਗਈ ਹੈ। ਉਹ ਕਹਿੰਦੇ ਜਿਹੜੇ ਬਾਕੀ ਰਹਿੰਦੀਆਂ ਨੇ 10 ਸਤੰਬਰ ਤੱਕ ਸਾਰੀ ਜਾਂਚ ਕਹਿੰਦੇ ਅਸੀਂ ਮੁਕੰਮਲ ਕਰ ਲੈਣੀ ਹੈ। ਤੇ ਬਾਕੀ ਜਿਹੜੇ ਗੈਰ ਕਾਨੂੰਨੀ ਨੇ, ਜਿਹੜੀਆਂ ਇਸ ਤਰ੍ਹਾਂ ਦੇ ਜਿਹੜੇ ਦਫ਼ਤਰ ਖੁੱਲ੍ਹੇ ਹੋਏ ਨੇ, ਉਹਨਾਂ ਨੂੰ ਅਸੀਂ ਬਿਲਕੁਲ ਚੈੱਕ ਰੱਖਾਂਗੇ, ਬੰਦ ਕਰ ਦਾਂਗੇ। ਠੱਗੀਆਂ ਬਹੁਤ ਵੱਜ ਰਹੀਆਂ ਨੇ, ਸੱਚੀ ਗੱਲ ਹੈ, ਠੱਗੀਆਂ ਵੱਜ ਰਹੀਆਂ ਨੇ, ਉਹਨਾਂ ਨੂੰ ਰੋਕਣ ਦੀ ਲੋੜ ਹੈ। ਬਾਕੀ ਐਨਆਰਆਈ ਦਾ ਵੀ ਉਹ ਕਹਿੰਦੇ ਜਦੋਂ ਅਸੀਂ ਐਨਆਰਆਈ ਮਿਲਣੀ ਕਰਦੇ ਹਾਂ, ਜਿਹੜੀਆਂ ਸ਼ਿਕਾਇਤਾਂ ਜਿਹੜੀਆਂ ਮਿਲੀਆਂ 609 ਸ਼ਿਕਾਇਤਾਂ ਮਿਲੀਆਂ ਸੀ, 588 ਦਾ ਅਸੀਂ ਕਹਿੰਦੇ ਕਰਤਾ ਜਿਹੜਾ ਹੈ ਨਿਪਟਾਰਾ, 21 ਸਾਡੀ ਕਾਰਵਾਈ ਦੇ ਅਧੀਨ ਨੇ। ਖੈਰ, ਜਦੋਂ ਇਹਨਾਂ ਤੋਂ ਪੰਚਾਇਤ ਮੰਤਰੀ ਦਾ ਜਿਹੜਾ ਹੈ ਉਹ ਚਾਰਜ ਗਿਆ, ਹੁਣ ਫੁੱਲ ਫਲੈਜ ਇਹਨਾਂ ਦਾ ਧਿਆਨ ਇਸੇ ਗੱਲ ਤੇ ਹੈ ਤੇ ਹੋਣਾ ਵੀ ਚਾਹੀਦਾ ਹੈ। ਮਸਲੇ ਕਾਫੀ ਵੱਡੇ ਨੇ, ਉਹਨਾਂ ਨੂੰ ਵੀ ਐਡਰੈਸ ਕਰਨਾ ਜ਼ਰੂਰੀ ਹੈ। ਵੈਸੇ ਅੱਜ ਕੱਲ੍ਹ ਉਹ ਚਰਚਾ 'ਚ ਨੇ ਕਟਾਰੂ ਚੱਕ ਦੇ ਨਾਲ ਜਿਹੜੀ 100 ਕਰੋੜ ਦਾ 100 ਏਕੜ ਜ਼ਮੀਨ ਦਾ ਮਸਲਾ ਪਠਾਨਕੋਟ ਦੀ ਦਾ। ਖੈਰ, ਆਪਾਂ ਅਗਲੀ ਖਬਰ ਨੂੰ ਲਈਏ। ਅਗਲੀ ਖਬਰ ਜਿਹੜੀ ਹੈ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਰਚਾ 'ਚ ਰਹਿੰਦੀ ਹੈ। ਉਦੋਂ ਚਰਚਾ 'ਚ ਆਈ ਸੀ, ਉਦੋਂ ਲੋਕਾਂ ਨੂੰ ਪਤਾ ਲੱਗਿਆ ਸੀ ਕਿ ਜਿਹੜੀਆਂ ਰੋਟੀਆਂ ਜਾਂ ਲੰਗਰ ਜੂਠਾ ਰਹਿ ਜਾਂਦਾ ਹੈ, ਬਾਸੀ ਹੋ ਜਾਂਦਾ ਹੈ, ਉਹਨੂੰ ਸੁਕਾ ਲਿਆ ਜਾਂਦਾ ਹੈ। ਸੁੱਕੇ ਪ੍ਰਸ਼ਾਦੇ ਜਿਹੜੇ ਨੇ ਉਹ ਫਿਰ ਵੇਚ ਦਿੱਤੇ ਜਾਂਦੇ ਨੇ ਉਸ ਇੰਡਸਟਰੀ ਨੂੰ ਜਿਹਨੇ ਫੀਡ ਬਣਾਉਣੀ ਹੁੰਦੀ ਹੈ, ਜਿਹਨੂੰ ਕਾਓ ਫੀਡ ਇੰਡਸਟਰੀ ਕਹਿ ਦਿੰਦੇ ਆ ਉਹਨੂੰ। ਉਹਦੇ ਵਿੱਚ 1 ਕਰੋੜ ਰੁਪਏ ਤੱਕ ਦਾ ਘਪਲਾ ਸਾਹਮਣੇ ਆਇਆ ਸੀ। 51 ਮੁਅੱਤਲ ਕੀਤੇ ਗਏ ਸੀ ਮੁਲਾਜ਼ਮ, ਸਟੋਰ ਕੀਪਰ, ਮੈਨੇਜਰ, ਅਲੱਗ ਸੁਪਰਵਾਈਜ਼ਰ। ਹੁਣ ਇਹ ਹੋਇਆ ਕਿ ਇੱਕ ਕਮੇਟੀ ਬਣਾਈ ਸੀ, ਉਹਦੇ ਵਿੱਚ ਗੁਰਚਰਨ ਸਿੰਘ ਗਰੇਵਾਲ ਜਨਰਲ ਸਕੱਤਰ, ਉਹਨਾਂ ਨੇ ਇਹ ਦੱਸਿਆ ਕਿ 23 ਮੁਲਾਜ਼ਮ ਜਿਹੜੇ ਨੇ ਉਹ ਨਿਰਦੋਸ਼ ਪਾਏ ਗਏ। ਉਹਨਾਂ ਨੂੰ ਅਸੀਂ ਕਹਿੰਦੇ ਦੁਬਾਰਾ ਜਿਹੜਾ ਹੈ ਉਹ ਬਹਾਲ ਕਰਤੀਆਂ ਉਹਨਾਂ ਦੀਆਂ ਸੇਵਾਵਾਂ, ਇਹ ਉਹਨਾਂ ਨੇ ਕਿਹਾ। ਤੇ ਦੇਖੋ, ਗੱਲ ਇਹ ਹੈ ਕਿ ਉਸ ਵੇਲੇ ਵੀ ਲੱਗਦਾ ਸੀ ਕਿ 1 ਕਰੋੜ ਦਾ ਘਪਲਾ ਹੈ, 51 ਬੰਦੇ ਮੁਅੱਤਲ ਕਰਨਾ ਇਮੀਡੀਏਟ ਬਹੁਤ ਵਾਰ ਚਾਹੀਦਾ। ਤਾਂ ਇਹ ਹੈ ਤੇ ਧਾਮੀ ਸਾਹਿਬ ਨੂੰ ਕਿ ਨਾਲ ਦੀ ਨਾਲ ਕਿ ਵੈਸੇ ਤਾਂ ਬਹੁਤ ਕੁਛ ਕਰਨ ਵਾਲਾ ਪਿਆ ਹੈ, ਬਹੁਤ ਜ਼ਿਆਦਾ ਆਸਾਂ ਹੁੰਦੀਆਂ ਨੇ ਸ਼੍ਰੋਮਣੀ ਕਮੇਟੀ 'ਤੇ, ਕਿਉਂਕਿ ਜਿਹੜਾ ਬਹੁਤ ਵੱਡਾ ਜਿਹੜਾ ਉਹਨਾਂ 'ਤੇ ਦਾਰੋ ਮਦਾਰ ਹੈ ਸਾਡੇ ਸਿੱਖ ਕੌਮ ਦੇ ਇਮੇਜ ਦਾ, ਉਹ ਉੱਥੇ ਤੁਸੀਂ ਕਿਸ ਤਰੀਕੇ ਨਾਲ ਬਿਹੇਵ ਕਰਦੇ ਹੋ। ਵੈਸੇ ਇੱਕ ਗੱਲ ਪਹਿਲਾਂ ਵੀ ਕਹੀ ਸੀ ਕਿ ਸੇਵਾਦਾਰ ਠੀਕ ਹੈ, ਤੁਸੀਂ ਮੁਅੱਤਲ ਕਰਕੇ ਬਾਹਰ ਕਰਤੇ, ਜ਼ਿਆਦਾ ਸੇਵਾਦਾਰਾਂ ਦਾ ਧਿਆਨ ਤੁਸੀਂ ਟ੍ਰੇਨਿੰਗ ਵੱਲ ਵੀ ਦਿਓ, ਪੜ੍ਹਨ ਲਿਖਣ ਵੱਲ ਜਦ ਰੱਖਣੇ, ਪੜ੍ਹਨ ਲਿਖਣ ਵਾਲੇ ਚਾਹੀਦੇ ਨੇ। ਪਰ ਕਰੀਏ ਕੀ? ਜਿਸ ਤਰ੍ਹਾਂ ਦਾ ਮੈਨੂੰ ਦੱਸਿਆ ਗਿਆ ਸੀ ਚੀਫ ਸੈਕਟਰੀ ਵੱਲੋਂ, ਸਾਬਕਾ ਵੱਲੋਂ, ਉਹ ਕਹਿੰਦੇ ਕੋਈ ਉੱਥੇ ਕੁਆਲੀਫਿਕੇਸ਼ਨ ਨਹੀਂ ਹੁੰਦੀ ਤੇ ਇਹ ਕਹਿ ਦਿੱਤਾ ਜਾਂਦਾ ਹੈ ਕਰੋ, ਸਾਰੇ ਮੈਂਬਰ ਇੱਕ ਬੰਦਾ ਰਖਾ ਲਓ ਤੇ ਜਿਹੜੇ ਐਗਜ਼ੈਕਟਿਵ ਮੈਂਬਰ ਨੇ 2 ਰਖਾ ਲਓ। ਇਸ ਕਿਸਮ ਦੀ ਜਦੋਂ ਤੁਹਾਡੀ ਚੋਣ ਪ੍ਰਕਿਰਿਆ ਹੋਵੇ ਤੇ ਬਹੁਤ ਅਜੀਬ ਕਿਸਮ ਦੇ ਫਿਰ ਉੱਥੇ
ਘਟਨਾਵਾਂ ਵਾਪਰਦੀਆਂ ਨੇ। ਖੈਰ, ਕੇਜਰੀਵਾਲ ਸਾਹਿਬ ਦੀ ਖਬਰ ਲਈ ਹੈ ਅਗਲੀ, ਕਹਿੰਦੇ ਜੀ ਕਾਂਗਰਸ ਦਾ ਮੈਂ ਬਹੁਤ ਆਭਾਰੀ ਹਾਂ ਔਰ ਉਹਨਾਂ ਨੇ ਮਲਕਾਰਜੁਨ ਖੜਗੇ ਤੇ ਖਾਸ ਤੌਰ 'ਤੇ ਡਾਕਟਰ ਮਨਮੋਹਨ ਸਿੰਘ ਜਿਹੜੇ ਇਸ ਉਮਰ ਦੇ ਵਿੱਚ ਵੀਲ ਚੇਅਰ 'ਤੇ ਆਏ ਸੀ, ਉਹਨਾਂ ਦਾ ਉਹਨਾਂ ਨੇ ਧੰਨਵਾਦ ਕੀਤਾ ਤੇ ਇਹ ਵੀ ਕਿਹਾ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਤੁਹਾਡੇ ਸਪੋਰਟ ਦੀ ਅਸੀਂ ਆਸ ਰੱਖ ਸਕਦੇ ਹਾਂ। ਇਸ ਕਿਸਮ ਦੀ ਜਿਹੜੀ ਹੈ ਚਿੱਠੀ ਉਹਨਾਂ ਨੇ ਪਾਈ ਹੈ। ਜਥੇਦਾਰ ਧਿਆਨ ਸਿੰਘ ਮੰਡ ਨੇ ਰਿਸਪੌਂਸ ਦਿੱਤਾ ਸੀ ਉਸ ਸੱਦੇ ਦਾ, ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਪੰਥਕ ਏਕਤਾ ਹੋਣੀ ਚਾਹੀਦੀ ਹੈ। ਮੰਡ ਸਾਹਿਬ ਨੇ ਪਹਿਲਾਂ ਉਹਨਾਂ ਨਾਲ ਮਿਲਣ ਦੀ ਕੋਸ਼ਿਸ਼ ਕੀਤੀ, ਉਹ ਚਲੇ ਗਏ, ਉਤਾਰ ਦਿੱਤੇ ਗਏ। ਫਿਰ ਗਿਆਨੀ ਰਘਵੀਰ ਸਿੰਘ ਆ ਗਏ, ਉਹਨਾਂ ਨੂੰ ਕਿਹਾ ਗਿਆ ਵੀ ਪਹਿਲਾਂ ਆਪਾਂ 8 ਅਗਸਤ ਨੂੰ ਆ ਰਹੇ ਹਾਂ, ਫਿਰ ਦੁਬਾਰਾ ਕਿਹਾ ਤੇ ਹੁਣ ਉਹਨਾਂ ਨੇ ਤੀਜੀ ਵਾਰ ਜਿਹੜਾ ਹੈ 29 ਜੁਲਾਈ ਨੂੰ, ਫਿਰ 9 ਅਗਸਤ ਨੂੰ, ਤੇ ਉਹ ਨਹੀਂ ਆਏ। ਹੁਣ ਉਹਨਾਂ ਦਾ ਜਿਹੜਾ ਅਗਲੀ ਕੀ ਕਾਰਵਾਈ ਕਰਦੇ ਨੇ ਇਹ ਦੇਖਣ ਵਾਲੀ ਗੱਲ ਹੈ। ਕਾਰਵਾਈ ਤਾਂ ਕੀ ਕਰਨੀ ਹੈ, ਥੋੜ੍ਹਾ ਜਿਹਾ ਵੈਸੇ ਧਿਆਨ ਸਿੰਘ ਮੰਡ ਹੋਰਾਂ ਨੇ ਬੜੇ ਖੁੱਲ੍ਹੇ ਦਿਲ ਨਾਲ, ਹਾਲਾਂਕਿ ਉਹ ਵੀ ਮਤਵਾਜੀ ਜਥੇਦਾਰ ਨੇ ਤੇ ਸਰਬੱਤ ਖਾਲਸਾ ਦੇ ਬਣਾਏ ਹੋਏ, ਭਾਵੇਂ ਉਹ ਵੀ ਕਾਰਜਕਾਰੀ ਜਥੇਦਾਰ ਨੇ, ਪਰ ਉਹਨਾਂ ਨੇ ਵੱਡੇ ਦਿਲ ਨਾਲ ਕੀਤਾ ਸੀ। ਗਿਆਨੀ ਰਘਵੀਰ ਸਿੰਘ ਜੇ ਗੱਲ ਸੁਣ ਵੀ ਲੈਂਦੇ ਤੇ ਏਕਤਾ ਦੀ ਗੱਲ ਜਾਂ ਹੋਰ ਕੁਛ ਨਾ ਕਰਦੇ, ਘੱਟੋ ਘੱਟ ਹਜ਼ੂਰ ਸਾਹਿਬ ਜਿਸ ਤਰੀਕੇ ਨਾਲ ਸਰਕਾਰ ਜਿਹੜਾ ਹੈ ਆਪਦਾ ਐਡਮਿਨਿਸਟਰ ਲਾਇਆ, ਉਹ ਪ੍ਰਬੰਧਕ, ਮੁੱਖ ਪ੍ਰਬੰਧਕ ਕੋਈ ਸਿੱਖ ਲਾਉਣ ਦੀ ਮੰਗ ਕਰ ਸਕਦੇ ਸੀ ਦੋਨੇ ਜਥੇਦਾਰ, ਇਹ ਗੱਲ ਹੋ ਸਕਦੀ ਸੀ। ਖੈਰ, ਅੱਜ ਰਾਹੁਲ ਗਾਂਧੀ ਦੇ ਕਾਫੀ ਖਬਰਾਂ ਨੇ। ਇੱਕ ਖਬਰ ਮੈਂ ਹੋਰ ਦੇਖ ਰਿਹਾ, ਰਾਜਸਥਾਨ ਗਏ ਆਪਦਾ ਭਾਸ਼ਣ ਦੇ ਕੇ, ਉਦੋਂ ਬਾਅਦ ਇੱਕ ਥਾਂ 'ਤੇ ਜਾ ਰਹੇ ਸੀ ਤੇ ਕਾਫਲਾ ਰੁਕਿਆ ਕਿਉਂਕਿ ਇੱਕ ਸਕੂਟਰ ਸਵਾਰ ਡਿੱਗ ਪਿਆ ਤੇ ਉਦੋਂ ਤੇ ਉੱਥੇ ਉਹ ਵਾਪਰੀ ਤਾਂ ਜਿਹੜੇ ਜਾ ਰਹੇ ਸੀ ਜਦੋਂ ਉਦੋਂ ਹੀ ਇਹ ਘਟਨਾ ਦਿੱਲੀ ਦੇ ਵਿੱਚ ਹੀ, ਪਰ ਗੱਲ ਤਾਂ ਮਦਦ ਕਰਨ ਦੀ ਹੈ ਜਾਂ ਇੱਕ ਸੰਕੇਤ ਦੇਣ ਦੀ ਹੁੰਦੀ ਹੈ ਵੀ ਕਿਸ ਤਰ੍ਹਾਂ ਸਾਡੇ ਲੀਡਰਾਂ ਨੂੰ ਲੋਕਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਤੇ ਲੋਕਾਂ ਦਾ ਖਿਆਲ ਸਾਡੇ ਆਮ ਆਦਮੀ ਪਾਰਟੀ ਦੇ ਸੁਸ਼ੀਲ ਗੁਪਤਾ ਨੇ ਰੱਖਿਆ। ਉਹ ਕਹਿੰਦੇ ਇੰਨੇ ਟਮਾਟਰ ਮਹਿੰਗੇ ਹੋ ਗਏ ਜੀ, ਚੇਅਰਮੈਨ ਸਾਹਿਬ ਰਾਜ ਸਭਾ ਚਲੇ ਗਏ, ਕਹਿੰਦੇ ਆ ਦੇਖ ਲਓ ਹੁਣ ਤਾਂ ਇਹਨਾਂ ਨੂੰ ਗਲ 'ਚ ਹੀ ਪਾਇਆ ਜਾ ਸਕਦਾ ਹੈ, ਇਹਨਾਂ ਦੀ ਸਬਜ਼ੀ ਬਣਾਉਣ ਦੀ ਤਾਂ ਆਮ ਲੋਕਾਂ ਦੀ ਜਿਹੜੀ ਹੈ ਪਹੁੰਚ ਤੋਂ ਬਾਹਰ ਹੋ ਗਏ। ਖੈਰ, ਅਗਲੀ ਖਬਰ ਜਿਹੜੀ ਹੈ ਉਹ ਮਾੜੀ ਖਬਰ ਹੈ। ਪਿੰਡ ਖਤਰਾਏ ਕਲਾਂ ਹੈ, ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਕਬੱਡੀ ਦਾ ਮੈਚ ਚੱਲ ਰਿਹਾ ਸੀ ਤੇ ਉੱਥੇ ਮਨਪ੍ਰੀਤ ਮੰਨੂ ਮਸਾਨਾ ਕਹਿ ਦਿੰਦੇ ਸੀ, ਵਧੀਆ ਪਲੇਅਰ, ਕੌਮਾਂਤਰੀ ਲੈਵਲ ਦਾ ਪਲੇਅਰ ਬਣਿਆ ਜਾਂਦਾ ਸੀ ਕਬੱਡੀ 'ਚ, ਤੇ ਰੇਡ ਪਾਉਣ ਗਿਆ ਤੇ ਉੱਥੇ ਸੱਟ ਲੱਗੀ ਤੇ ਉਹ ਨਹੀਂ, ਉਹ ਪੂਰਾ ਹੋ ਗਿਆ। ਕਬੱਡੀ ਦੀ ਖੇਡ ਦੇ ਵਿੱਚ ਅਕਸਰ ਸੱਟਾਂ ਜਿਹੜੀਆਂ ਲੱਗ ਜਾਂਦੀਆਂ ਨੇ, ਪਰ ਇਹ ਜਾਨਲੇਵਾ ਵੀ ਹੁੰਦੀਆਂ ਨੇ ਕਦੇ ਕਦੇ, ਇਹ ਵੀ ਹੈ, ਖੇਡ ਤਾਂ ਖੇਡ ਹੈ। ਖੈਰ, ਉੱਤਰਾਖੰਡ 'ਚ ਵੀ ਆਨੰਦ ਮੈਰਿਜ ਐਕਟ ਲਾਗੂ ਹੋ ਗਿਆ ਤੇ ਇੱਕ ਖਬਰ ਦਾ ਤੁਹਾਨੂੰ ਮੈਂ ਜ਼ਿਕਰ ਕੀਤਾ ਸੀ ਕਿ ਅੱਜ ਕੱਲ੍ਹ ਸੁਖਜਿੰਦਰ ਰੰਧਾਵਾ ਆਪਣੇ ਪੁਰਾਣੇ ਸਾਥੀ ਜਿਹੜੇ ਕਿ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ, ਸੁਨੀਲ ਜਾਖੜ ਨਾਲ ਜਿਹੜਾ ਹੈ ਉਹਨਾਂ ਦਾ ਆਡਾ ਲੱਗਿਆ ਹੋਇਆ, ਇੱਕ ਦੂਜੇ 'ਤੇ ਅਟੈਕ ਕਰਦੇ ਨੇ। ਕੱਲ੍ਹ ਉਹਨਾਂ ਨੇ, ਰੰਧਾਵਾ ਸਾਹਿਬ ਨੇ ਅਟੈਕ ਕੀਤਾ ਸੀ ਕਿ ਜਿਨ੍ਹਾਂ ਨੇ ਇਹਨਾਂ ਨੂੰ, ਇਹਨਾਂ ਦੇ ਪਰਿਵਾਰ ਨੂੰ ਇੰਨਾ ਮਾਨ ਸਨਮਾਨ ਦਿੱਤਾ, ਇਹਨਾਂ ਨੇ ਉਹਦੇ ਪਿੱਠ ਛੁਰਾ ਮਾਰਿਆ ਸੁਨੀਲ ਜਾਖੜ ਨੇ। ਅੱਜ ਉਹਨਾਂ ਨੇ ਜੱਗੂ ਭਗਵਾਨਪੁਰੀਏ ਦਾ ਨਾਮ ਲੈ ਕੇ ਸੁਨੀਲ ਜਾਖੜ ਨੂੰ ਸੁਖਜਿੰਦਰ ਸਿੰਘ ਰੰਧਾਵਾ ਨੂੰ ਘੇਰ ਲਿਆ। ਤੇ ਇੱਕ ਚੰਗੀ ਖਬਰ ਨਾਲ ਆਪਣਾ ਪ੍ਰੋਗਰਾਮ ਅੱਜ ਆਪਾਂ ਸਮਾਪਤ ਕਰੀਏ। ਭਾਰਤ ਨੇ ਜਿਹੜਾ ਹੈ ਪਾਕਿਸਤਾਨ ਨੂੰ 4-0 ਨਾਲ ਜਿਹੜਾ ਹੈ ਹਰਾ ਦਿੱਤਾ ਹਾਕੀ ਦੇ ਵਿੱਚ। ਹਰਮਨਪ੍ਰੀਤ ਨੇ ਪਹਿਲੇ 2 ਗੋਲ ਕੀਤੇ। 4-0 ਏਸ਼ੀਅਨ ਟਰਾਫੀ ਦਾ ਮੈਚ ਸੀ, ਆਖਰੀ ਗਰੁੱਪ ਦਾ ਮੈਚ, ਤੇ ਹਾਲੇ ਤੱਕ ਕੋਈ ਮੈਚ ਨਹੀਂ ਹਾਰਿਆ। ਵੈਸੇ ਵੀ ਪਿਛਲੇ 15 ਮੈਚਾਂ 'ਚੋਂ ਭਾਰਤ ਕੋਈ ਨਹੀਂ ਹਾਰਿਆ, ਬਸ ਇੱਕ ਡਰਾ ਰਿਹਾ, 14 ਮੈਚ ਜਿੱਤਿਆ। ਖੁਸ਼ੀ ਦੀ ਗੱਲ ਹੈ ਜਦੋਂ ਹਾਕੀ ਭਾਰਤ ਜਿੱਤਿਆ। ਹੋਰ ਬਹੁਤ ਸਾਰੀਆਂ ਖਬਰਾਂ ਸੀ, ਪਰ ਜਿਵੇਂ ਮੈਂ ਸ਼ੁਰੂ 'ਚ ਕਿਹਾ ਸੀ ਜਿੰਨਾ ਕੁ ਵਕਤ ਮਿਲਿਆ ਉਨੀ ਗੱਲ ਕਰਾਂਗੇ।
ਵਕਤ ਹੁਣ ਕਹਿੰਦਾ ਤੋਂ ਆਗਿਆ ਲਈਏ, ਆਗਿਆ ਲੈਂਦੇ ਹਾਂ। ਮਿਲਦੇ ਹਾਂ ਕੱਲ ਸਵੇਰੇ 8:40 ਖਬਰ ਤੇ ਨਜ਼ਰ ਰਜਿੰਦਰ ਵਾਲੀਆ ਸ਼ੋਅ 'ਚ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। खबर पे नजर